ਹੈਲੋ, ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ 'ਤੇ। ਅੱਜ ਆਪਾਂ ਤੁਹਾਡੇ ਲਈ CDP ਦੀ ਇੱਕ ਨਵੀਂ ਕਲਾਸ ਲੈ ਕੇ ਹਾਜ਼ਰ ਹੋਏ ਹਾਂ। ਇਸ ਕਲਾਸ ਦੇ ਵਿੱਚ ਆਪਾਂ ਸਿਗਮੰਡ ਫਰਾਇਡ ਦੁਆਰਾ ਦਿੱਤੀ ਗਈ ਥਿਊਰੀ ਸਾਈਕੋ ਸੈਕਸ਼ੂਅਲ ਡਿਵੈਲਪਮੈਂਟ ਦੇ ਬਾਰੇ ਇੱਕ ਫੈਕਟ ਪੂਰੀ ਡਿਟੇਲ ਦੇ ਵਿੱਚ ਕਵਰ ਕਰਾਂਗੇ। ਤਾਂ ਸੈਸ਼ਨ ਨੂੰ ਲਾਸਟ ਤੱਕ ਦੇਖਿਓ, ਇੱਕ ਵੀ ਫੈਕਟ ਤੁਹਾਡੇ ਮਿਸ ਕਰਨ ਵਾਲਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਆਪਣੇ CDP ਦੇ ਕਈ ਸੈਸ਼ਨ ਆਲਰੇਡੀ ਅਪਲੋਡ ਹੋ ਚੁੱਕੇ ਨੇ, ਜਿਨ੍ਹਾਂ ਦੇ ਵਿੱਚ ਆਪਾਂ ਤੁਹਾਡੇ ਸਿਲੇਬਸ ਦੇ ਅਕੋਰਡਿੰਗ CDP ਦੇ ਮੋਸਟ ਇੰਪੋਰਟੈਂਟ ਟੌਪਿਕ ਡਿਸਕਸ ਕੀਤੇ ਨੇ। ਜੇਕਰ ਤੁਸੀਂ ਉਹ ਦੇਖਣਾ ਚਾਹੁੰਦੇ ਹੋ ਤਾਂ ਮੈਂ ਉਹਨਾਂ ਦਾ ਲਿੰਕ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਪਾ ਦੇਣਾ, ਤੁਸੀਂ ਜਾ ਕੇ ਦੇਖ ਲੈਣਾ। ਅਦਰਵਾਈਜ਼ ਤੁਸੀਂ ਆਪਣੇ ਚੈਨਲ 'ਤੇ ਵਿਜ਼ਿਟ ਕਰੋ, ਪਲੇਲਿਸਟ ਦੇ ਵਿੱਚ ਜਾਓ, ਉੱਥੇ ਤੁਹਾਨੂੰ ਆਲ ਸਬਜੈਕਟਸ ਦੀਆਂ ਵੀਡੀਓਜ਼ ਸੀਰੀਜ਼ ਵਾਈਜ਼ ਲੱਗੀਆਂ ਮਿਲ ਜਾਣਗੀਆਂ, ਜਾ ਕੇ ਦੇਖ ਸਕਦੇ ਹੋ ਅਤੇ ਆਪਣੀ ਤਿਆਰੀ ਵਧੀਆ ਤਰੀਕੇ ਨਾਲ ਕਰ ਸਕਦੇ ਹੋ। ਜੇਕਰ ਤੁਸੀਂ ਚਾਹੁੰਦੇ ਹੋ ਕਿ ਮੇਰੀਆਂ ਵੀਡੀਓਜ਼ ਤੁਹਾਡੇ ਤੱਕ ਪਹੁੰਚਦੇ ਰਹਿਣ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਬੈਲ ਆਈਕਨ 'ਤੇ ਪ੍ਰੈਸ ਕਰ ਲਿਓ ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੇ ਰਹਿਣ ਅਤੇ ਤੁਹਾਡੀ ਤਿਆਰੀ ਵਧੀਆ ਤਰੀਕੇ ਨਾਲ ਚੱਲਦੀ ਰਹੇ। ਅੱਜ ਦੇ ਸੈਸ਼ਨ ਦੇ ਵਿੱਚ ਆਪਾਂ ਸਿਗਮੰਡ ਫਰਾਇਡ ਦੁਆਰਾ ਦਿੱਤੀ ਗਈ ਥਿਊਰੀ ਸਾਈਕੋ ਸੈਕਸ਼ੂਅਲ ਡਿਵੈਲਪਮੈਂਟ ਦੇ ਬਾਰੇ ਇੱਕ ਫੈਕਟ ਨੂੰ ਪੂਰੀ ਡਿਟੇਲ 'ਚ ਕਵਰ ਕਰਾਂਗੇ। ਤਾਂ ਸੈਸ਼ਨ ਨੂੰ ਐਂਡ ਤੱਕ ਜ਼ਰੂਰ ਦੇਖਿਓ, ਕਿਉਂਕਿ ਇਹਨਾਂ ਦੇ ਵਿੱਚੋਂ ਕੋਈ ਵੀ ਕੁਐਸਚਨ ਤੁਹਾਨੂੰ ਡਾਇਰੈਕਟ ਪੇਪਰ ਦੇ ਵਿੱਚ ਦੇਖਣ ਨੂੰ ਮਿਲ ਸਕਦਾ। ਤਾਂ ਸਟਾਰਟ ਕਰਦੇ ਹਾਂ ਆਪਣਾ ਅੱਜ ਦਾ ਸੈਸ਼ਨ ਅੱਜ ਦੀ ਪਹਿਲੀ ਸਲਾਈਡ ਦੇ ਨਾਲ। ਇਹ ਜੋ ਆਪਣੀਆਂ ਕਲਾਸਿਸ ਨੇ CDP ਦੀਆਂ, ਇਹ ਤੁਹਾਡੇ CTET ਦੇ ਅਤੇ PSTET ਦੇ ਪੇਪਰ ਦੇ ਲਈ, ਜਾਂ ਜੋ ਵੀ ਤੁਹਾਡਾ ਸਾਈਕੋਲੋਜੀ ਬੇਸਡ ਪੇਪਰ ਹੈ ਉਹਦੇ ਲਈ ਬਹੁਤ ਇੰਪੋਰਟੈਂਟ ਨੇ, ਕਿਉਂਕਿ ਇੱਥੋਂ ਹਰ ਵਾਰ ਕੁਐਸਚਨ ਇੱਥੋਂ ਹੀ ਪੁੱਛੇ ਜਾਂਦੇ ਨੇ। ਠੀਕ ਹੈ ਜੀ। ਤਾਂ ਆਪਣੀਆਂ ਸਾਰੀਆਂ ਕਲਾਸਿਸ ਬੈਕ ਟੂ ਬੈਕ ਕੰਟੀਨਿਊਸਲੀ ਲਗਾਓ ਤਾਂ ਕਿ ਤੁਸੀਂ ਪੇਪਰ ਦੇ ਵਿੱਚ ਵਧੀਆ ਸਕੋਰ ਕਰ ਸਕੋ। ਤਾਂ ਸਿਗਮੰਡ ਫਰਾਇਡ ਬਾਰੇ ਆਪਾਂ ਪੜ੍ਹਦੇ ਹਾਂ। ਠੀਕ ਹੈ ਜੀ। ਸਿਗਮੰਡ ਫਰਾਇਡ ਇੱਕ ਬਹੁਤ ਉੱਚ ਕੋਟੀ ਦੇ ਵਿਦਵਾਨ ਨੇ, ਬਹੁਤ ਮਤਲਬ ਜਿਹੜੇ ਉੱਘੇ ਸਾਈਕੋਲੋਜਿਸਟ ਨੇ। ਠੀਕ ਹੈ ਜੀ। ਬਹੁਤ ਇੰਪੋਰਟੈਂਟ ਨੇ, ਹਰ ਵਾਰ ਇੱਥੋਂ 4 ਤੋਂ 5 ਨੰਬਰ ਦੇ ਕੁਐਸਚਨ ਪੁੱਛੇ ਜਾਂਦੇ ਨੇ ਇਹਨਾਂ ਦੀ ਥਿਊਰੀ ਦੇ ਵਿੱਚ। ਤਾਂ ਸਭ ਤੋਂ ਪਹਿਲਾ ਪੁਆਇੰਟ ਆਪਣਾ ਇਹੀ ਬਣਦਾ ਕਿ ਜਿਹੜੀ ਸਾਈਕੋ ਸੈਕਸ਼ੂਅਲ ਡਿਵੈਲਪਮੈਂਟ ਥਿਊਰੀ ਹੈ ਇਹ ਕਿਹਨਾਂ ਦੁਆਰਾ ਦਿੱਤੀ ਗਈ ਹੈ? ਤਾਂ ਇਹ ਦਿੱਤੀ ਗਈ ਆਪਣੇ ਸਿਗਮੰਡ ਫਰਾਇਡ ਦੇ ਦੁਆਰਾ। ਠੀਕ ਹੈ ਜੀ। ਤਾਂ ਇਹਨੂੰ ਆਪਾਂ ਪੰਜਾਬੀ 'ਚ ਕਿਵੇਂ ਲਿਖਾਂਗੇ? ਸਾਈਕੋ ਸੈਕਸ਼ੂਅਲ ਡਿਵੈਲਪਮੈਂਟ ਦਾ ਨੂੰ ਪੰਜਾਬੀ 'ਚ ਕਹਾਂਗੇ ਆਪਾਂ ਮਨੋਲੈਂਗਿਕ ਵਿਕਾਸ। ਮਨੋਲੈਂਗਿਕ ਵਿਕਾਸ। ਠੀਕ ਹੈ ਜੀ। ਅਤੇ ਤੁਸੀਂ ਪੰਜਾਬੀ 'ਚ ਵੀ ਇਹਨੂੰ ਲਿਖ ਸਕਦੇ ਹੋ। ਤਾਂ ਮਨੋਲੈਂਗਿਕ ਵਿਕਾਸ ਮਤਲਬ ਜਿਵੇਂ ਆਪਣੇ ਜੈਂਡਰ ਬੇਸਡ ਹੈ ਇਹ। ਠੀਕ ਹੈ ਜੀ। ਜਿਵੇਂ ਮੁੰਡਾ ਕੁੜੀ, ਤਾਂ ਉਹਨਾਂ ਬਾਰੇ ਆਪਾਂ ਕਿਵੇਂ ਆਪਣੀ ਡਿਵੈਲਪਮੈਂਟ ਕਿਵੇਂ ਹੁੰਦੀ ਹੈ, ਆਪਾਂ ਕਿਵੇਂ ਇੱਕ ਦੂਸਰੇ ਨੂੰ ਜਾਣਦੇ ਹਾਂ ਕਿ ਉਹ ਮੁੰਡਾ ਉਹ ਕੁੜੀ ਹੈ। ਠੀਕ ਹੈ ਜੀ। ਤਾਂ ਪਹਿਲਾਂ ਕਹਿੰਦੇ ਇਹ ਥਿਊਰੀ ਨੂੰ ਬਿਲਕੁਲ ਸਾਈਕੋਲੋਜੀ ਦੇ ਵਿੱਚ ਬਿਲਕੁਲ ਨਕਾਰ ਦਿੱਤਾ ਗਿਆ ਸੀ, ਕਿਸੇ ਵੀ ਵਿਦਵਾਨ ਨੇ ਇਹਨੂੰ ਐਕਸੈਪਟ ਨਹੀਂ ਕੀਤਾ ਸੀ। ਬਟ ਅੱਜ ਇਹ ਥਿਊਰੀ ਬਹੁਤ ਕੰਮ ਦੀ ਥਿਊਰੀ ਹੈ ਅਤੇ ਇੱਥੋਂ ਹਰ ਵਾਰ ਕੁਐਸਚਨ ਪੁੱਛੇ ਜਾਂਦੇ ਨੇ। ਠੀਕ ਹੈ ਜੀ। ਅਤੇ ਹਰ ਇੱਕ ਨੂੰ ਇਹ ਥਿਊਰੀ ਪੜ੍ਹਨੀ ਚਾਹੀਦੀ ਹੈ। ਠੀਕ ਹੈ ਜੀ। ਤਾਂ ਸਿਗਮੰਡ ਫਰਾਇਡ ਨੇ ਦਿੱਤੀ ਇਹ ਥਿਊਰੀ ਸਾਈਕੋ ਸੈਕਸ਼ੂਅਲ ਡਿਵੈਲਪਮੈਂਟ, ਮਨੋਲੈਂਗਿਕ ਵਿਕਾਸ। ਤਾਂ ਦੂਸਰਾ ਜਿਹੜਾ ਪੁਆਇੰਟ ਹੈ, ਇਹ ਤੁਹਾਨੂੰ ਪੁੱਛਿਆ ਜਾ ਸਕਦਾ ਕਿ ਜਿਹੜੇ ਸਿਗਮੰਡ ਫਰਾਇਡ ਨੇ ਇਹ ਕਿੱਥੋਂ ਦੇ ਰਹਿਣ ਵਾਲੇ ਸੀ? ਤਾਂ ਇਹ ਆਸਟਰੀਆ ਦੇ ਰਹਿਣ ਵਾਲੇ ਸੀ। ਠੀਕ ਹੈ ਜੀ। ਤਾਂ ਇਹ ਆਸਟਰੀਅਨ ਸਾਈਕੋਲੋਜਿਸਟ ਨੇ। ਹੀ ਵਾਜ਼ ਐਨ ਆਸਟਰੀਅਨ ਸਾਈਕੋਲੋਜਿਸਟ। ਠੀਕ ਹੈ ਜੀ। ਇਹ ਤੁਸੀਂ ਯਾਦ ਰੱਖਣਾ, ਬਹੁਤ ਇੰਪੋਰਟੈਂਟ ਹੈ, ਪੁੱਛਿਆ ਜਾਂਦਾ ਹੈਗਾ। ਹੀ ਆਲਸੋ ਇੰਟਰੋਡਿਊਸ ਦ ਟਰਮਜ਼ ਈਗੋ, ਇਦ ਐਂਡ ਸੁਪਰ ਈਗੋ। ਇਸ ਤੋਂ ਇਲਾਵਾ ਇਹਨਾਂ ਨੇ ਇੱਕ ਹੋਰ ਸ਼ਬਦ ਵੀ ਕੋਇਨ ਕੀਤਾ ਸੀ ਜਿਹਨੂੰ ਇਹਨਾਂ ਨੇ ਕਿਹਾ ਸੀ ਲਿਬਿਡੋ। ਇਹ ਬਹੁਤ ਇੰਪੋਰਟੈਂਟ ਹੈ, ਲਿਬਿਡੋ। ਲਿਬਿਡੋ ਦਾ ਕੀ ਮਤਲਬ ਹੈ? ਇਹ ਸੈਕਸ਼ੂਅਲ ਡਿਜ਼ਾਇਰ ਹੁੰਦੀ ਹੈ ਆਪਣੀ। ਠੀਕ ਹੈ ਜੀ। ਸੈਕਸ਼ੂਅਲ ਅਰਗ, ਜਿਹਨੂੰ ਆਪਾਂ ਯੌਨ ਉਤੇਜਨਾ ਵੀ ਕਹਿ ਦਿੰਦੇ ਹਾਂ, ਜਿਹਦੇ ਕਰਕੇ ਆਪਣੀ ਪੂਰੀ ਲਾਈਫ ਆਪਾਂ ਸਪੈਂਡ ਕਰਦੇ ਹਾਂ। ਇਹਨੂੰ ਹੋਰ ਸ਼ਬਦਾਂ ਦੇ ਵਿੱਚ ਕੀ ਕਿਹਾ ਜਾਂਦਾ? ਇਹਨੂੰ ਕਿਹਾ ਜਾਂਦਾ ਟੋਟਲ ਸਟਰਾਈਵਿੰਗ ਫੋਰਸ। ਟੋਟਲ ਸਟਰਾਈਵਿੰਗ ਫੋਰਸ ਇਹਨੂੰ ਕਿਹਾ ਜਾਂਦਾ ਹੈ। ਫੋਰਸ ਦਾ ਕੀ ਮਤਲਬ ਹੈ? ਫੋਰਸ ਦਾ ਮਤਲਬ ਆਪਾਂ ਨੂੰ ਅੱਗੇ ਧੱਕਣ ਵਾਲੀ। ਅੱਗੇ ਧੱਕਣ ਵਾਲੀ ਮਤਲਬ ਲਾਈਫ ਦੇ ਵਿੱਚ ਆਪਾਂ ਅੱਗੇ ਜਿਹੜਾ ਵੱਧਦੇ ਹਾਂ ਉਹ ਕਿਹਦੇ ਬੇਸ 'ਤੇ ਵੱਧਦੇ ਹਾਂ? ਉਹ ਆਪਾਂ ਲਿਬਿਡੋ ਦੇ ਬੇਸ 'ਤੇ ਹੀ ਵੱਧਦੇ ਹਾਂ, ਕਿਉਂਕਿ ਆਪਾਂ ਨੂੰ ਮੋਟੀਵੇਸ਼ਨ ਪ੍ਰਦਾਨ ਕਰਦੀ ਹੈ। ਇਹ ਆਪਣੀ ਸੈਕਸ਼ੂਅਲ ਡਿਜ਼ਾਇਰ ਹੁੰਦੀ ਹੈ। ਠੀਕ ਹੈ ਜੀ। ਆਪਾਂ ਨੂੰ ਪੋਜ਼ੀਟਿਵ ਵੇ ਦੇ ਵਿੱਚ ਲੈਂਦੇ ਹਾਂ ਅਤੇ ਆਪਾਂ ਨੂੰ ਮੋਟੀਵੇਸ਼ਨ ਪ੍ਰਦਾਨ ਕਰਦੀ ਹੈ। ਪੂਰੀ ਲਾਈਫ ਆਪਣੀ ਇਹਦੇ ਕਰਕੇ ਹੀ ਚੱਲਦੀ ਹੈ, ਟੋਟਲ ਸਟਰਾਈਵਿੰਗ ਫੋਰਸ ਦੇ ਕਰਕੇ। ਇਹਨੂੰ ਯੌਨ ਉਤੇਜਨਾ ਵੀ ਕਿਹਾ ਜਾਂਦਾ ਹੈ। ਠੀਕ ਹੈ ਜੀ। ਅਤੇ ਇਹਨੂੰ ਸੈਕਸ਼ੂਅਲ ਡਿਜ਼ਾਇਰ ਵੀ ਕਿਹਾ ਜਾਂਦਾ ਹੈ। ਠੀਕ ਹੈ ਜੀ। ਤਾਂ ਇਹ ਤੁਸੀਂ ਯਾਦ ਰੱਖਣਾ। ਤਾਂ ਜਿਹੜੀ ਲਿਬਿਡੋ ਹੈ ਇਹ ਆਪਣੇ ਮਾਈਂਡ ਦੇ ਵਿੱਚ ਕਦੋਂ ਸਟਾਰਟ ਹੁੰਦੀ ਹੈ? ਆਪਣੇ ਜਨਮ ਤੋਂ ਹੀ ਸਟਾਰਟ ਹੋ ਜਾਂਦੀ ਹੈ। ਜਨਮ ਤੋਂ ਲੈ ਕੇ ਮਰਨ ਤੱਕ ਇਹ ਚੱਲਦੀ ਹੈ ਜਿਹੜੀ ਲਿਬਿਡੋ ਹੈ, ਡਿਵੈਲਪਮੈਂਟ ਵਾਂਗੂ। ਠੀਕ ਹੈ ਜੀ। ਤਾਂ ਲਿਬਿਡੋ ਦੇ ਕਰਕੇ ਹੀ ਜਿਹੜੀ ਆਪਾਂ ਆਪਣੀ ਲਾਈਫ ਹੈ ਉਹਦੇ ਵਿੱਚ ਅੱਗੇ ਵੱਧਦੇ ਹਾਂ, ਆਪਾਂ ਨੂੰ ਮੋਟੀਵੇਸ਼ਨ ਮਿਲਦੀ ਹੈ। ਇਹ ਤੁਸੀਂ ਯਾਦ ਰੱਖਣਾ, ਬਹੁਤ ਇੰਪੋਰਟੈਂਟ ਵਰਡ ਹੈ ਇਹ ਲਿਬਿਡੋ। ਇਹ ਵੀ ਤੁਸੀਂ ਲਿਖ ਲਿਓ ਨਾਲ ਈਗੋ, ਇਦ, ਸੁਪਰ ਈਗੋ ਅਤੇ ਲਿਬਿਡੋ। ਠੀਕ ਹੈ ਜੀ। ਤਾਂ ਇਹ ਵਰਡ ਤੁਹਾਨੂੰ ਪੁੱਛੇ ਜਾਣਗੇ ਡਾਇਰੈਕਟਲੀ, ਹਰ ਵਾਰ ਕੁਐਸਚਨ ਬਣਦਾ। ਠੀਕ ਹੈ ਜੀ। ਤਾਂ ਲਿਬਿਡੋ ਵਰਡ ਵੀ ਆਪਾਂ ਨੇ ਜਿਹੜਾ ਕੋਇਨ ਕੀਤਾ, ਸਿਗਮੰਡ ਫਰਾਇਡ ਨੇ ਕੋਇਨ ਕੀਤਾ। ਕਈ ਵਾਰੀ ਤੁਹਾਨੂੰ ਇਹ ਪੁੱਛ ਲੈਂਦਾ ਕਿ ਜਿਹੜੀ ਲਿਬਿਡੋ ਹੈ
ਇਹ ਇਹਨਾਂ ਦੇ ਵਿੱਚੋਂ ਕਿਹਦੇ ਨਾਲ ਸੰਬੰਧਿਤ ਹੈ? ਈਗੋ, ਇਦ ਅਤੇ ਸੁਪਰ ਈਗੋ ਦੇ ਵਿੱਚੋਂ। ਤਾਂ ਇਹ ਆਪਣੀ ਇਦ ਦੇ ਨਾਲ ਸੰਬੰਧਿਤ ਹੈ, ਕਿਉਂਕਿ ਇਦ ਵੀ ਆਪਣੇ ਬਰਥ ਤੋਂ ਹੁੰਦੀ ਹੈ, ਠੀਕ ਹੈ ਜੀ। ਤਾਂ ਇਦ ਦੇ ਨਾਲ ਸੰਬੰਧਿਤ ਹੈ। ਇਹਨਾਂ ਬਾਰੇ ਆਪਾਂ ਇਦ, ਈਗੋ, ਸੁਪਰ ਈਗੋ ਬਾਰੇ ਅੱਗੇ ਪੜ੍ਹਾਂਗੇ, ਠੀਕ ਹੈ ਜੀ। ਇਹ ਆਪਣੀਆਂ ਜਿਹੜੀਆਂ ਮਾਈਂਡ ਦੇ ਨਾਲ ਰਿਲੇਟਡ ਜਿਹੜੀਆਂ ਸਾਈਕੋਲੋਜੀ ਦੀਆਂ ਟਰਮਸ ਨੇ। ਜਿਵੇਂ ਈਗੋ ਹੋ ਗਈ, ਈਗੋ ਬਾਰੇ ਤਾਂ ਤੁਸੀਂ ਆਪਾਂ ਰੋਜ਼ ਹੀ ਸੁਣਦੇ ਹਾਂ। ਜਿਹੜਾ ਆਪਣਾ ਹੰਕਾਰ ਹੁੰਦਾ, ਅਹੰਕਾਰ ਜਿਹਨੂੰ ਕਿਹਾ ਜਾਂਦਾ, ਤਾਂ ਈਗੋ ਉਹਨੂੰ ਕਿਹਾ ਜਾਂਦਾ। ਸਭ ਤੋਂ ਪਹਿਲਾਂ ਆਪਣੇ ਮਾਈਂਡ ਦੇ ਵਿੱਚ ਇਦ ਹੁੰਦੀ ਹੈ, ਫਿਰ ਆਪਣੀ ਈਗੋ ਆਉਂਦੀ ਹੈ, ਫਿਰ ਆਪਣੀ ਸੁਪਰ ਈਗੋ ਆਉਂਦੀ ਹੈ, ਠੀਕ ਹੈ ਜੀ। ਤਾਂ ਜਿਉਂ-ਜਿਉਂ ਆਪਣੀ ਉਮਰ ਹੈ ਜਿਹੜੀ ਉਹ ਵੱਧਦੀ ਜਾਂਦੀ ਹੈ, ਤਿਉਂ-ਤਿਉਂ ਇਹ ਚੀਜ਼ਾਂ ਚੇਂਜ ਹੁੰਦੀਆਂ ਜਾਂਦੀਆਂ ਨੇ। ਤਾਂ ਲਿਬਿਡੋ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਲਿਬਿਡੋ ਆਪਣੀ ਕੀ ਹੈ? ਟੋਟਲ ਸਟਰਾਈਵਿੰਗ ਫੋਰਸ, ਜਿਹਨੂੰ ਆਪਾਂ ਸੈਕਸ਼ੂਅਲ ਡਿਜ਼ਾਇਰ ਵੀ ਕਹਿੰਦੇ ਹਾਂ, ਠੀਕ ਹੈ, ਜਿਹਦੇ ਕਰਕੇ ਲਾਈਫ ਦੇ ਵਿੱਚ ਆਪਾਂ ਅੱਗੇ ਵੱਧਦੇ ਹਾਂ। ਇਹ ਯਾਦ ਰੱਖਿਓ, ਤੁਹਾਨੂੰ ਪੁੱਛਿਆ ਜਾਊਗਾ। ਇਸ ਤੋਂ ਬਾਅਦ ਤੁਹਾਨੂੰ ਪੁੱਛਿਆ ਜਾਊ ਕਿ ਜਿਹੜੀ ਇੱਦ ਹੈ ਇਹ ਕਦੋਂ ਆਉਂਦੀ ਹੈ ਆਪਣੇ ਵਿੱਚ? ਤਾਂ ਇਹ ਜਦੋਂ ਆਪਣਾ ਜਨਮ ਹੋ ਜਾਂਦਾ ਹੈ। ਤਾਂ ਇੱਦ ਆਪਣੇ ਸਬਕੌਨਸ਼ੀਅਸ ਮਾਈਂਡ ਦੇ ਵਿੱਚ ਆਪਾਂ ਕਹਿ ਸਕਦੇ ਹਾਂ, ਅਨਕੌਨਸ਼ੀਅਸ ਮਾਈਂਡ ਦੇ ਵਿੱਚ ਇਹ ਆਪਣੇ ਬਰਥ ਤੋਂ ਹੀ ਹੁੰਦੀ ਹੈ, ਠੀਕ ਹੈ ਜੀ। ਤਾਂ ਜਿਹੜੀ ਇੱਦ ਹੁੰਦੀ ਹੈ ਇਹ ਆਪਣੇ ਬਰਥ ਤੋਂ, ਜਨਮ ਤੋਂ ਹੁੰਦੀ ਹੈ ਇੱਦ। ਇਹਦੇ ਕਰਕੇ ਆਪਾਂ ਅੱਗੇ ਵੱਧਦੇ ਹਾਂ ਲਾਈਫ ਦੇ ਵਿੱਚ, ਠੀਕ ਹੈ ਜੀ। ਤਾਂ ਇੱਦ ਇਹ ਈਗੋ, ਸੁਪਰ ਈਗੋ ਇਹਨਾਂ ਦੀ ਪਾਰਟ ਹੈ ਇਹ, ਠੀਕ ਹੈ ਜੀ। ਤਾਂ ਇੱਦ ਦੇ ਨਾਲ ਹੀ ਆਪਣੇ 'ਚ ਲਿਬਿਡੋ ਆਉਂਦੀ ਹੈ, ਠੀਕ ਹੈ ਜੀ। ਇਸ ਤੋਂ ਬਾਅਦ ਤੁਹਾਨੂੰ ਪੁੱਛਣਗੇ ਕਿ ਈਗੋ ਆਪਣੇ 'ਚ ਕਦੋਂ ਆਉਂਦੀ ਹੈ? ਈਗੋ ਆਪਣੇ 'ਚ ਆਉਂਦੀ ਹੈ 18 ਮਹੀਨੇ ਦੇ, ਜਦੋਂ ਆਪਾਂ ਹੋ ਜਾਂਦੇ ਹਾਂ। 18 ਮਹੀਨੇ ਨੂੰ ਆਪਾਂ ਹੋਰ ਸ਼ਬਦਾਂ 'ਚ ਲਿਖ ਸਕਦੇ ਹਾਂ 1.5 ਸਾਲ ਦੀ। ਜਦੋਂ ਆਪਾਂ 1.5 ਸਾਲ ਦੇ ਹੋ ਜਾਂਦੇ ਤਾਂ ਆਪਣੇ 'ਚ ਈਗੋ ਆ ਜਾਂਦੀ ਹੈ, ਠੀਕ ਹੈ ਜੀ। ਉਸ ਤੋਂ ਬਾਅਦ ਤੁਹਾਨੂੰ ਪੁੱਛਣਗੇ ਕਿ ਸੁਪਰ ਈਗੋ ਆਪਣੇ 'ਚ ਕਦੋਂ ਆਉਂਦੀ ਹੈ? ਸੁਪਰ ਈਗੋ ਆਪਣੇ 'ਚ ਆਉਂਦੀ ਹੈ 3 ਤੋਂ 6 ਸਾਲ ਦੀ ਉਮਰ ਦੇ ਵਿੱਚ, ਠੀਕ ਹੈ ਜੀ। 3 ਤੋਂ 6 ਸਾਲ ਦੀ ਉਮਰ ਦੇ ਵਿੱਚ ਆਪਣੇ ਵਿੱਚ ਸੁਪਰ ਈਗੋ ਆ ਜਾਂਦੇ। ਸੁਪਰ ਈਗੋ ਕੀ ਹੁੰਦੀ ਹੈ? ਸੁਪਰ ਈਗੋ ਦੇ ਵਿੱਚ ਆਪਾਂ ਜਜਮੈਂਟਲ ਹੋ ਜਾਂਦੇ ਹਾਂ। ਜਜਮੈਂਟਲ ਦਾ ਕੀ ਮਤਲਬ ਹੈ? ਕਿ ਆਪਾਂ ਸਹੀ ਗਲਤ ਦਾ ਜਿਹੜਾ ਫੈਸਲਾ ਉਹ ਲੈਣ ਲੱਗ ਜਾਂਦੇ ਹਾਂ, ਕਿ ਕਿਹੜੀ ਚੀਜ਼ ਮੇਰੇ ਲਈ ਸਹੀ ਹੈ, ਕਿਹੜੀ ਚੀਜ਼ ਮੇਰੇ ਲਈ ਗਲਤ ਹੈ। ਤਾਂ ਇਹ ਚੀਜ਼ ਜਦੋਂ ਆਪਾਂ ਜੱਜਮੈਂਟ ਕਰਨ ਲੱਗ ਜਾਂਦੇ ਤਾਂ ਆਪਣੇ 'ਚ ਸੁਪਰ ਈਗੋ ਆ ਜਾਂਦੀ ਹੈ। ਇਹ ਤੁਸੀਂ ਯਾਦ ਰੱਖਣਾ, ਬਹੁਤ ਇੰਪੋਰਟੈਂਟ ਹੈ, ਤੁਹਾਨੂੰ ਪੁੱਛਿਆ ਜਾਊਗਾ। ਬਾਕੀ ਆਪਾਂ ਇਹਨਾਂ ਬਾਰੇ ਅੱਗੇ ਵੀ ਡਿਟੇਲ 'ਚ ਪੜ੍ਹਾਂਗੇ, ਠੀਕ ਹੈ ਜੀ। ਤਾਂ ਜਿਹੜੀ ਆਪਣੀ ਤੁਹਾਨੂੰ ਪੁੱਛਿਆ ਜਾਂਦਾ ਕਿ ਸਿਗਮੰਡ ਫਰਾਇਡ ਦੀਆਂ ਬੁੱਕਸ ਦੱਸੋ ਕਿਹੜੀਆਂ-ਕਿਹੜੀਆਂ ਨੇ। ਤਾਂ ਬੁੱਕਸ ਇਹਦੀਆਂ ਬਹੁਤ ਇੰਪੋਰਟੈਂਟ ਨੇ। ਤਾਂ ਇਹ ਦੋਨੋਂ ਬੁੱਕਸ ਤੁਹਾਡੇ ਯਾਦ ਹੋਣੀਆਂ ਚਾਹੀਦੀਆਂ। ਦ ਇੰਟਰਪ੍ਰੀਟੇਸ਼ਨ ਆਫ ਡਰੀਮਸ, ਦੂਸਰਾ ਹੈਗਾ ਸਾਈਕੋਪੈਥੋਲੋਜੀ ਆਫ ਐਵਰੀਡੇ ਲਾਈਫ, ਠੀਕ ਹੈ ਜੀ। ਤਾਂ ਇਹ ਦੋਨੋਂ ਬੁੱਕਸ ਇਹਦੀਆਂ ਵੈਰੀ ਇੰਪੋਰਟੈਂਟ ਨੇ, ਹਰ ਪੇਪਰ ਦੇ ਵਿੱਚ ਇਹ ਪੁੱਛੀਆਂ ਜਾਂਦੀਆਂ, ਠੀਕ ਹੈ ਜੀ। ਤਾਂ ਅੱਗੇ ਆਪਾਂ ਇਹਦੀ ਜਿਹੜੀ ਥਿਊਰੀ ਹੈ ਸਾਈਕੋ ਸੈਕਸ਼ੂਅਲ ਡਿਵੈਲਪਮੈਂਟ, ਠੀਕ ਹੈ ਜੀ, ਤਾਂ ਇਹਦੇ ਬਾਰੇ ਆਪਾਂ ਪੜ੍ਹਦੇ ਹਾਂ। ਸਾਈਕੋ ਸੈਕਸ਼ੂਅਲ ਡਿਵੈਲਪਮੈਂਟ ਮੈਂ ਤੁਹਾਨੂੰ ਪੰਜਾਬੀ ਵਿੱਚ ਵੀ ਦੱਸ ਕੇ ਆਇਆ ਕਿ ਇਹਨੂੰ ਕੀ ਕਿਹਾ ਜਾਂਦਾ ਹੈ? ਮਨੋਲੈਂਗਿਕ ਵਿਕਾਸ, ਠੀਕ ਹੈ ਜੀ। ਤਾਂ ਇਹਦੀਆਂ 5 ਸਟੇਜਸ ਨੇ। ਹੁਣ ਤੁਹਾਨੂੰ ਪਹਿਲਾ ਕੁਐਸਚਨ ਤਾਂ ਇੱਥੋਂ ਹੀ ਬਣਦਾ ਕਿ ਜਿਹੜੀ ਸਿਗਮੰਡ ਫਰਾਇਡ ਨੇ ਥਿਊਰੀ ਦਿੱਤੀ ਆਪਾਂ ਨੂੰ ਸਾਈਕੋ ਸੈਕਸ਼ੂਅਲ ਡਿਵੈਲਪਮੈਂਟ ਦਾ, ਇਹਦੀਆਂ ਟੋਟਲ ਕਿੰਨੀਆਂ ਸਟੇਜਸ ਨੇ? ਤਾਂ ਇਹਦੀਆਂ ਟੋਟਲ 5 ਸਟੇਜਸ ਨੇ। ਹੁਣ ਤੁਹਾਨੂੰ ਇਹਨਾਂ ਦੇ ਨਾਮ ਪਤਾ ਹੋਣੇ ਚਾਹੀਦੇ ਨੇ ਅਤੇ ਇਹਨਾਂ ਬਾਰੇ ਡਿਟੇਲ 'ਚ ਪਤਾ ਹੋਣਾ ਚਾਹੀਦਾ। ਸਭ ਤੋਂ ਪਹਿਲੀ ਜਿਹੜੀ ਆਪਣੀ ਸਟੇਜ ਹੈ ਉਹ ਹੈ ਔਰਲ ਸਟੇਜ, ਜਿਹਨੂੰ ਆਪਾਂ ਮੂੰਹ ਨਾਲ ਸੰਬੰਧਿਤ ਸਟੇਜ ਕਹਿ ਦਿੰਦੇ ਹਾਂ। ਦੂਸਰੀ ਹੈਗੀ ਹੈ ਐਨਾਲ ਸਟੇਜ, ਤੀਸਰੀ ਹੈਗੀ ਹੈ ਫੈਲਿਕ ਸਟੇਜ, ਅਤੇ ਚੌਥੀ ਹੈਗੀ ਆਪਣੀ ਲੇਟੈਂਸੀ, ਅਤੇ ਲਾਸਟ ਹੈਗੀ ਆਪਣੀ ਜੈਨੀਟਲ ਸਟੇਜ। ਤਾਂ ਇਹ 5 ਸਟੇਜਸ ਨੇ, ਬਹੁਤ ਇੰਪੋਰਟੈਂਟ ਨੇ। ਇੰਗਲਿਸ਼ ਦੇ ਵਿੱਚ ਇਹਨਾਂ ਨੂੰ ਮੈਂ ਤੁਹਾਨੂੰ ਸੁਜੈਸ਼ਨ ਕਰਦਾ ਕਿ ਇੰਗਲਿਸ਼ ਦੇ ਵਿੱਚ ਇਹਨਾਂ ਨੂੰ ਯਾਦ ਕਰੋ, ਤੁਹਾਡੇ ਚੰਗੇ ਤਰੀਕੇ ਨਾਲ ਯਾਦ ਹੋ ਜਾਣਗੀਆਂ, ਠੀਕ ਹੈ ਜੀ। ਤਾਂ ਅੱਗੇ ਆਪਾਂ ਇਹਨਾਂ ਬਾਰੇ ਡਿਟੇਲ 'ਚ ਪੜ੍ਹਦੇ ਹਾਂ ਹੁਣ ਇੱਕ ਸਟੇਜ ਬਾਰੇ। ਸਭ ਤੋਂ ਪਹਿਲੀ ਤੁਹਾਡੀ ਜਿਹੜੀ ਸਟੇਜ ਹੈ ਇਹ ਹੈ ਔਰਲ ਸਟੇਜ। ਔਰਲ ਸਟੇਜ ਤੁਹਾਡੇ ਮੂੰਹ ਨਾਲ ਸੰਬੰਧਿਤ ਹੈ, ਯਾਨੀ ਕਿ ਮਾਊਥ ਦੇ ਨਾਲ ਸੰਬੰਧਿਤ ਜਿਹੜੀ ਸਟੇਜ ਹੈ ਇਹ ਤੁਹਾਡੀ ਔਰਲ ਸਟੇਜ ਹੈ, ਠੀਕ ਹੈ ਜੀ। ਤਾਂ ਮਾਊਥ ਦੇ ਨਾਲ ਇਹ ਕਿਵੇਂ ਸੰਬੰਧਿਤ ਹੈ? ਤਾਂ ਇਹ ਤੁਸੀਂ ਬਸ ਪੰਜਾਬੀ ਦੇ ਵਿੱਚ ਇਹੀ ਲਿਖ ਲੈਣਾ ਕਿ ਔਰਲ ਸਟੇਜ ਯਾਨੀ ਕਿ ਮੂੰਹ ਵਾਲੀ ਜਾਂ ਮੂੰਹ ਦੇ ਨਾਲ ਸੰਬੰਧਿਤ ਸਟੇਜ ਆਪਾਂ ਇਹਨੂੰ ਕਹਿ ਸਕਦੇ ਹਾਂ। ਜਿਹੜੀ ਆਪਣੇ ਮੂੰਹ ਦੇ ਨਾਲ ਸੰਬੰਧਿਤ ਹੈ ਉਹ ਕਿਵੇਂ ਸੰਬੰਧਿਤ ਹੈ? ਤਾਂ ਦਿਸ ਇਜ਼ ਸਟੇਜ ਇਜ਼ ਰਿਲੇਟਡ ਟੂ ਮਾਊਥ ਆਫ ਚਾਈਲਡ, ਠੀਕ ਹੈ ਜੀ। ਤਾਂ ਇਹ ਬੱਚੇ ਦੇ ਮੂੰਹ ਨਾਲ ਸੰਬੰਧਿਤ ਹੈ। ਉਹ ਕਿਵੇਂ ਹੈ? ਏਜ ਇਹਦੀ ਕੀ ਹੁੰਦੀ ਹੈ? 0 ਤੋਂ 1.5 ਸਾਲ ਜਾਂ 18 ਮਹੀਨੇ। ਤਾਂ ਜਿਹੜੀ ਔਰਲ ਸਟੇਜ ਆਪਣੇ 'ਚ ਆਉਂਦੀ ਹੈ ਇਹ ਏਜ ਇਹਦੀ ਜ਼ਰੂਰ ਯਾਦ ਰੱਖਣੀ ਹੈ। ਤੁਹਾਨੂੰ ਏਜ ਪੁੱਛੀ ਜਾਊਗੀ ਕਿ ਕਿਹੜੀ ਜਿਹੜੀ ਆਪਣੀ ਔਰਲ ਸਟੇਜ ਹੈ ਉਹਦੀ ਏਜ ਦੱਸੋ, ਉਮਰ ਉਹਦੀ ਕਿੰਨੀ ਹੁੰਦੀ ਹੈ। ਤਾਂ ਉਹ ਹੁੰਦੀ ਹੈ 0 ਤੋਂ ਲੈ ਕੇ 1.5 ਸਾਲ। ਜਦੋਂ ਆਪਣਾ ਜਨਮ ਹੁੰਦਾ ਉਹ ਤੋਂ ਲੈ ਕੇ 1.5 ਸਾਲ ਤੱਕ ਜਿਹੜੀ ਏਜ ਹੁੰਦੀ ਹੈ ਉਹ ਆਪਣੀ ਔਰਲ ਸਟੇਜ ਹੁੰਦੀ ਹੈ। ਦਿਸ ਸਟੇਜ ਇਜ਼ ਇਨਫੈਂਸੀ। ਤਾਂ ਇਹਦੇ ਵਿੱਚ ਆਪਣਾ ਜਿਹੜੀਆਂ ਆਪਣੀਆਂ ਸਟੇਜਸ ਪੜ੍ਹਦੇ ਹਾਂ ਜਿਹੜੀਆਂ ਜੀਨ ਪਿਆਜ਼ੇ ਦੁਆਰਾ ਜਾਂ ਵੈਸੇ ਜਨਰਲ ਆਪਣੀਆਂ ਸਟੇਜਸ ਨੇ, ਜਦੋਂ ਆਪਾਂ ਅੱਗੇ ਆਪਣੀ ਉਮਰ ਵੱਧਦੀ ਹੈ ਤਾਂ ਆਪਣੀਆਂ ਸਟੇਜਸ ਦਿੱਤੀਆਂ ਹੋਈਆਂ ਨੇ ਸਾਈਕੋਲੋਜੀ ਦੇ ਵਿੱਚ। ਸਭ ਤੋਂ ਪਹਿਲੀ ਸਟੇਜ ਆਪਣੀ ਕਿਹੜੀ ਹੁੰਦੀ ਹੈ? ਇਨਫੈਂਸੀ ਹੁੰਦੀ ਹੈ। ਤਾਂ ਇਹ ਇਨਫੈਂਸੀ ਸਟੇਜ ਹੀ ਹੈ। ਜਦੋਂ 0 ਤੋਂ ਲੈ ਕੇ 1.5 ਸਾਲ ਤੱਕ ਆਪਣੀ ਕਿਹੜੀ ਸਟੇਜ ਆ ਜਾਂਦੀ ਹੈ? ਇਨਫੈਂਸੀ ਸਟੇਜ। ਤਾਂ ਇਹ ਇਨਫੈਂਸੀ ਦੀ ਸਟੇਜ ਜਿਹੜੀ ਹੁੰਦੀ ਹੈ ਇਹ ਆਪਣੀ ਔਰਲ ਸਟੇਜ ਹੁੰਦੀ ਹੈ। ਇਹ ਯਾਦ ਰੱਖਣਾ ਬਹੁਤ ਇੰਪੋਰਟੈਂਟ ਹੈ। ਤਾਂ ਮੂੰਹ ਵਾਲੀ ਸਟੇਜ ਇਹਨੂੰ ਕਿਉਂ ਕਿਹਾ ਜਾਂਦਾ? ਔਰਲ ਸਟੇਜ ਇਹਨੂੰ ਕਿਉਂ ਕਿਹਾ ਜਾਂਦਾ? ਇਹਨੂੰ ਤਾਂ ਕਿਹਾ ਜਾਂਦਾ ਕਿਉਂਕਿ ਚਾਈਲਡ ਫੀਲ ਪਲੈਜ਼ਰ ਫਰੋਮ ਮਿਲਕ ਫੀਡਿੰਗ, ਠੀਕ ਹੈ ਜੀ। ਜਦੋਂ ਬੱਚੇ ਦਾ ਜਨਮ ਹੁੰਦਾ ਹੈ ਤਾਂ ਜਦੋਂ ਬੱਚਾ ਜਿਹੜਾ ਮਾਂ ਦਾ ਦੁੱਧ ਪੀਣਾ ਸ਼ੁਰੂ ਕਰਦਾ, ਠੀਕ ਹੈ ਜੀ, ਮਿਲਕ ਫੀਡਿੰਗ ਮਤਲਬ ਜਦੋਂ ਉਹਦਾ ਲਿੰਕ ਜਿਹੜੀ ਉਹਦੀ ਮਦਰ ਹੁੰਦੀ ਹੈ ਉਹਦੀ ਬ੍ਰੈਸਟ ਦੇ ਨਾਲ ਉਹਦਾ ਲਿੰਕ ਹੁੰਦਾ ਅਤੇ ਜਦੋਂ ਉਹ ਮਿਲਕ ਫੀਡ ਕਰਦਾ, ਜਦੋਂ ਉਹ ਦੁੱਧ ਮਾਂ ਤੋਂ ਉਹ ਦੁੱਧ ਪ੍ਰਾਪਤ ਕਰਦਾ ਤਾਂ ਉਹ ਚੀਜ਼ ਨਾਲ ਉਹ ਕੀ ਪ੍ਰਾਪਤ ਕਰਦਾ? ਖੁਸ਼ੀ ਮਿਲਦੀ ਹੈ ਉਹਨੂੰ,
ਪਲੈਜ਼ਰ ਮਿਲਦਾ, ਠੀਕ ਹੈ ਜੀ। ਤਾਂ ਇਹ ਜਿਹੜਾ ਪਲੈਜ਼ਰ ਹੈ ਇਹ ਆਪਣੇ ਕਿਹੜੇ ਵਰਡ ਦੇ ਨਾਲ ਸੰਬੰਧਿਤ ਆ ਗਿਆ? ਇਹ ਆਪਣਾ ਆ ਗਿਆ ਲਿਬਿਡੋ ਦੇ ਨਾਲ। ਮੈਂ ਤੁਹਾਨੂੰ ਪਹਿਲਾਂ ਵੀ ਦੱਸ ਕੇ ਆਇਆ ਕਿ ਜਿਹੜਾ ਲਿਬਿਡੋ ਸ਼ਬਦ ਹੈ ਇਹਦਾ ਮਤਲਬ ਕੀ ਹੁੰਦਾ? ਸੈਕਸ਼ੂਅਲ ਡਿਜ਼ਾਇਰ, ਠੀਕ ਹੈ ਜੀ। ਤਾਂ ਇਹ ਜਿਹੜੀ ਹੁੰਦੀ ਹੈ ਆਪਣੇ ਜਨਮ ਤੋਂ ਹੁੰਦੀ ਹੈ। ਲਿਬਿਡੋ ਦੇ ਨਾਲ ਜਿਹੜੇ ਆਪਾਂ ਹੁੰਦੇ ਆ ਇਹ ਆਪਣੀ ਟੋਟਲ ਸਟਰਾਈਵਿੰਗ ਫੋਰਸ ਇਹਨੂੰ ਕਿਉਂ ਕਿਹਾ ਗਿਆ? ਕਿਉਂਕਿ ਆਪਾਂ ਪਲੈਜ਼ਰ ਜਿਹੜਾ ਹੁੰਦਾ ਆਪਾਂ ਨੂੰ ਉਹ ਮਾਂ ਦੇ ਦੁੱਧ ਤੋਂ ਹੀ ਸਟਾਰਟ ਹੋ ਜਾਂਦਾ, ਆਪਾਂ ਨੂੰ ਖੁਸ਼ੀ ਮਿਲਣੀ ਸਟਾਰਟ ਹੋ ਜਾਂਦੀ ਹੈ। ਤਾਂ ਇੱਥੇ ਆਪਣੀ ਕੀ ਹੋ ਜਾਂਦੀ ਹੈ? ਇੱਥੇ ਆਪਾਂ ਨੂੰ ਇੱਕ ਹੋਪ ਮਿਲਦੀ ਹੈ, ਆਪਾਂ ਨੂੰ ਇੱਕ ਆਸ ਵੱਝਦੀ ਹੈ ਲਾਈਫ ਨੂੰ ਜਿਉਣ ਦੀ, ਠੀਕ ਹੈ ਜੀ। ਇੱਥੇ ਆਪਾਂ ਖੁਸ਼ੀ ਫੀਲ ਕਰਦੇ ਹਾਂ। ਤਾਂ ਇੱਥੇ ਜਿਹੜਾ ਚਾਈਲਡ ਹੈ ਉਹ ਫੀਲ ਕੀ ਕਰਦਾ? ਪਲੈਜ਼ਰ ਫੀਲ ਕਰਦਾ। ਕਿਵੇਂ ਫੀਲ ਕਰਦਾ? ਮਿਲਕ ਫੀਡਿੰਗ ਕਰਕੇ, ਦੁੱਧ ਪੀ ਕੇ, ਠੀਕ ਹੈ ਜੀ। ਤਾਂ ਇੱਥੋਂ ਆਪਾਂ ਨੂੰ ਇੱਥੇ ਆਪਣੀ ਲਿਬਿਡੋ ਸਟਾਰਟ ਹੋ ਗਈ, ਤਾਂ ਆਪਣੇ ਜਨਮ ਤੋਂ ਹੀ ਸਟਾਰਟ ਹੋ ਗਈ। ਲਿਬਿਡੋ ਕਿਹਦੇ ਨਾਲ ਸੰਬੰਧਿਤ ਹੈ? ਇੱਦ ਦੇ ਨਾਲ, ਇੱਦ ਦੇ ਨਾਲ ਸੰਬੰਧਿਤ ਹੈ ਲਿਬਿਡੋ। ਤਾਂ ਲਿਬਿਡੋ ਮੈਂ ਤੁਹਾਨੂੰ ਦੱਸ ਕੇ ਆਇਆ ਕਿ ਇਹਦੇ ਨਾਲ ਆਪਾਂ ਨੂੰ ਮੋਟੀਵੇਸ਼ਨ ਮਿਲਦੀ ਹੈ, ਠੀਕ ਹੈ ਜੀ। ਤਾਂ ਬੱਚਾ ਅੱਗੇ ਕਿਉਂ ਵੱਧਦਾ? ਉਹਦਾ ਅੱਗੇ ਵਧਣ ਨੂੰ ਕਿਉਂ ਮਨ ਕਰਦਾ? ਕਿਉਂਕਿ ਉਹ ਇੱਥੋਂ ਹੀ ਉਹ ਪਲੈਜ਼ਰ ਉਹਨੂੰ ਮਿਲਣਾ ਸ਼ੁਰੂ ਹੋ ਜਾਂਦਾ, ਉਹਦੀ ਇੱਕ ਹੋਪ ਮਿਲ ਜਾਂਦੀ ਹੈ ਉਹਨੂੰ, ਤਾਂ ਜਿਹੜੀ ਕਿ ਲਿਬਿਡੋ ਦੇ ਨਾਲ ਸੰਬੰਧਿਤ ਹੈ। ਤਾਂ ਇਹ ਲਿਬਿਡੋ ਨੂੰ ਤੁਸੀਂ ਇਹ ਵਰਡ ਨੂੰ ਹੁਣ ਤੁਸੀਂ ਵਧੀਆ ਤਰੀਕੇ ਨਾਲ ਸਮਝ ਸਕਦੇ ਹੋ। ਤਾਂ ਇੱਥੋਂ ਆਪਣੀ ਲਾਈਫ ਸਟਾਰਟ ਹੋ ਜਾਂਦੀ ਹੈ ਜਦੋਂ ਆਪਾਂ ਮਿਲਕ ਫੀਡ ਕਰਦੇ ਹਾਂ, ਠੀਕ ਹੈ ਜੀ, ਆਪਣੇ ਮਦਰ ਤੋਂ, ਠੀਕ ਹੈ ਜੀ। ਤਾਂ ਇਹ ਤੁਸੀਂ ਯਾਦ ਰੱਖਣਾ, ਬਹੁਤ ਇੰਪੋਰਟੈਂਟ ਹੈ। ਤਾਂ ਕਰਕੇ ਇਹਨੂੰ ਕੀ ਕਿਹਾ ਜਾਂਦਾ? ਔਰਲ ਸਟੇਜ ਕਿਹਾ ਜਾਂਦਾ, ਯਾਨੀ ਕਿ ਮੂੰਹ ਤੋਂ ਆਪਣਾ ਸਟਾਰਟ ਹੁੰਦਾ ਇਹ ਕੰਮ, ਠੀਕ ਹੈ ਜੀ। ਤਾਂ ਇਸ ਤੋਂ ਬਾਅਦ ਈਗੋ ਇਜ਼ ਡਿਵੈਲਪ ਇਨ ਦਿਸ ਸਟੇਜ। ਤਾਂ ਜਿਹੜੀ 1.5 ਸਾਲ ਤੋਂ ਬਾਅਦ ਆਪਣੀ ਏਜ ਹੋ ਜਾਂਦੀ ਹੈ, 1.5 ਸਾਲ ਤੱਕ ਹੈ ਐਂਡ ਇਹਦਾ, ਠੀਕ ਹੈ ਜੀ। 1.5 ਸਾਲ ਤੋਂ ਬਾਅਦ ਆਪਣੇ ਕੀ ਸਟਾਰਟ ਹੋ ਜਾਂਦੀ ਹੈ? ਤਾਂ ਈਗੋ ਆਪਣੀ ਇੱਥੇ ਸਟਾਰਟ ਹੋ ਜਾਂਦੀ ਹੈ। ਇਹ ਯਾਦ ਰੱਖਿਓ ਤੁਸੀਂ, ਪੁੱਛਿਆ ਜਾਊ ਤੁਹਾਨੂੰ ਕਿ ਈਗੋ ਕਿਹੜੀ ਏਜ ਦੇ ਵਿੱਚ ਸਟਾਰਟ ਹੁੰਦੀ ਹੈ। ਤਾਂ 18 ਮਹੀਨੇ ਜਾਂ 1.5 ਸਾਲ ਤੁਸੀਂ ਲਿਖ ਸਕਦੇ ਹੋ। ਤਾਂ ਇਹ ਇਹਦੀ ਏਜ ਹੈ, ਆਪਣੀ ਈਗੋ ਡਿਵੈਲਪ ਹੋਣੀ ਸਟਾਰਟ ਹੋ ਜਾਂਦੀ ਹੈ, ਠੀਕ ਹੈ ਜੀ। ਤਾਂ ਈਗੋ ਕਿਉਂ ਹੁੰਦੀ ਹੈ? ਕਿਉਂਕਿ ਆਪਣੀ ਅਟੈਚਮੈਂਟ ਹੋਣ ਲੱਗ ਜਾਂਦੀ ਹੈ, ਠੀਕ ਹੈ। ਜਦੋਂ ਆਪਣੀ ਜਿਹਦੇ ਨਾਲ ਅਟੈਚਮੈਂਟ ਹੋ ਤਾਂ ਓਬਵੀਅਸ ਗੱਲ ਹੈ ਕਿ ਆਪਾਂ ਉਹਦੇ ਕੋਲ ਰਹਿ ਕੇ ਆਪਾਂ ਖੁਸ਼ ਰਹਾਂਗੇ, ਠੀਕ ਹੈ ਜੀ। ਤਾਂ ਜੇ ਮੰਨ ਲਓ ਉਹਨੂੰ ਆਪਣੇ ਤੋਂ ਕੋਈ ਦੂਰ ਕਰ ਰਿਹਾ ਤਾਂ ਉੱਥੇ ਆਪਣੀ ਈਗੋ ਕੀ ਹੋਊਗੀ? ਈਗੋ ਆਪਣੀ ਹਰਟ ਹੋਊਗੀ। ਤਾਂ ਇਹ ਈਗੋ ਹੈ ਜਿਹੜੀ ਇਹ ਕਦੋਂ ਆਉਣੀ ਸਟਾਰਟ ਹੋ ਜਾਂਦੀ ਹੈ? 1.5 ਸਾਲ ਦੀ ਉਮਰ ਦੇ ਵਿੱਚ। ਤਾਂ ਇਹ ਯਾਦ ਰੱਖਿਓ, ਬਹੁਤ ਇੰਪੋਰਟੈਂਟ ਹੈ, ਪੁੱਛਿਆ ਜਾਂਦਾ ਹਰ ਵਾਰ। ਅਗਲੀ ਜਿਹੜੀ ਆਪਣੀ ਸਟੇਜ ਹੈ ਉਹ ਹੈ ਐਨਾਲ ਸਟੇਜ। ਐਨਾਲ ਸਟੇਜ ਨੂੰ ਆਪਾਂ ਪੰਜਾਬੀ ਦੇ ਵਿੱਚ ਐਨਾਲ ਨੂੰ ਕੀ ਕਿਹਾ ਜਾਂਦਾ? ਗੁੱਦਾ ਕਿਹਾ ਜਾਂਦਾ ਹੈਗਾ, ਠੀਕ ਹੈ ਜੀ। ਤਾਂ ਵੈਸੇ ਇਹ ਜਿਹੜੀਆਂ ਟਰਮਸ ਨੇ ਵੈਸੇ ਇਹਨੂੰ ਮਤਲਬ ਡਿਸਕਸ ਕਰਨ ਦੇ ਵਿੱਚ ਵੀ ਹਰ ਇੱਕ ਬੰਦਾ ਗੁਰੇਜ਼ ਕਰਦਾ, ਕਿਉਂਕਿ ਇਹ ਜਿਹੜਾ ਟੌਪਿਕ ਹੈ ਉਹ ਹੈ ਹੀ ਇਹੋ ਜਿਹਾ, ਠੀਕ ਹੈ ਜੀ। ਤਾਂ ਇਹਨੂੰ ਡਿਸਕਸ ਕਰਨ ਦੇ ਵਿੱਚ ਵੀ ਲੋਕ ਜਿਹੜੀ ਸ਼ਰਮ ਮਹਿਸੂਸ ਕਰਦੇ ਆ, ਤਾਂ ਕਰਕੇ ਜਿਹੜੇ ਵਿਦਵਾਨ ਸੀ ਉਹਨਾਂ ਨੇ ਵੀ ਇਸ ਜਿਹੜਾ ਆਪਣਾ ਸਿਗਮੰਡ ਫਰਾਇਡ ਇਹਦੀ ਥਿਊਰੀ ਨੂੰ ਨਕਾਰਤਾ ਸੀ, ਮਤਲਬ ਬਿਲਕੁਲ। ਬਟ ਇਹ ਥਿਊਰੀ ਅੱਜ ਬਹੁਤ ਕੰਮ ਦੀ ਹੈ, ਠੀਕ ਹੈ ਜੀ। ਤਾਂ ਐਨਾਲ ਸਟੇਜ ਦਾ ਮਤਲਬ ਹੁੰਦਾ ਹੈ ਕਿ ਆਪਾਂ ਜਿਹੜੇ ਆਪਣੇ ਜਨਨ ਅੰਗ ਹੁੰਦੇ ਨੇ, ਠੀਕ ਹੈ ਜੀ, ਤਾਂ ਆਪਾਂ ਵਾਸ਼ਰੂਮ ਕਰਨਾ, ਆਪਾਂ ਟੋਇਲਟ ਜਾਣਾ, ਠੀਕ ਹੈ ਜੀ, ਉਹ ਚੀਜ਼ਾਂ ਆਪਾਂ ਕਿਵੇਂ ਸਿੱਖਦੇ ਹਾਂ? ਉਹਦੀ ਵੀ ਆਪਾਂ ਨੂੰ ਇੱਕ ਪ੍ਰੋਪਰ ਟ੍ਰੇਨਿੰਗ ਦਿੱਤੀ ਜਾਂਦੀ ਹੈ ਨਾ, ਕਿਉਂਕਿ ਬੱਚੇ ਨੂੰ ਇਹ ਚੀਜ਼ ਦਾ ਨਹੀਂ ਪਤਾ ਹੁੰਦਾ। ਬੱਚੇ ਨੂੰ ਮਾਂ-ਬਾਪ ਵੱਲੋਂ ਇਹ ਚੀਜ਼ ਦੀ ਟ੍ਰੇਨਿੰਗ ਮਿਲਦੀ ਹੈ। ਤਾਂ ਉਹ ਕਿਹੜੀ ਸਟੇਜ ਦੇ ਵਿੱਚ ਆਉਂਦਾ? ਉਹ ਐਨਾਲ ਸਟੇਜ 'ਚ ਆਉਂਦਾ। ਔਰਲ ਸਟੇਜ ਤੋਂ ਅਗਲੀ ਸਟੇਜ ਹੈ ਇਹ, ਠੀਕ ਹੈ ਜੀ। ਤਾਂ ਦਿਸ ਸਟੇਜ ਇਜ਼ ਰਿਲੇਟਡ ਟੂ ਯੂਰਿਨ, ਯਾਨੀ ਕਿ ਆਪਣਾ ਜਿਹੜਾ ਵਾਸ਼ਰੂਮ ਹੁੰਦਾ, ਬਲੈਡਰ ਹੋ ਗਿਆ, ਟੋਇਲਟ ਟ੍ਰੇਨਿੰਗ ਆਫ ਅ ਚਾਈਲਡ। ਤਾਂ ਇਹ ਚੀਜ਼ ਦੇ ਨਾਲ ਰਿਲੇਟਡ ਹੁੰਦੀ ਹੈ, ਜਿੱਥੋਂ ਆਪਾਂ ਨੂੰ ਪਤਾ ਲੱਗਦਾ ਕਿ ਆਪਾਂ ਵਾਸ਼ਰੂਮ ਜਾਣਾ, ਠੀਕ ਹੈ ਜੀ, ਆਪਾਂ ਟੋਇਲਟ ਜਾਣਾ। ਤਾਂ ਇਹ ਸਾਰੀਆਂ ਆਪਾਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ, ਠੀਕ ਹੈ ਜੀ। ਤਾਂ ਇਹ ਟ੍ਰੇਨਿੰਗ ਦੇ ਨਾਲ ਸੰਬੰਧਿਤ ਹੈ, ਜਿਹੜੀ ਆਪਾਂ ਨੂੰ ਵਾਸ਼ਰੂਮ ਅਤੇ ਟੋਇਲਟ ਦੀ ਟ੍ਰੇਨਿੰਗ ਹੁੰਦੀ ਹੈ। ਤਾਂ ਇਹ ਐਨਾਲ ਸਟੇਜ ਦੇ ਵਿੱਚ ਆਉਂਦੀ ਹੈ, ਯਾਦ ਰੱਖਿਓ, ਬਹੁਤ ਇੰਪੋਰਟੈਂਟ ਹੈ, ਤੁਹਾਨੂੰ ਪੁੱਛਿਆ ਜਾਊਗਾ। ਇਹ ਜਿਹੜੀ ਏਜ ਆਪਣੀ, ਇਹ ਆਪਣੀ 1.5 ਸਾਲ ਤੋਂ ਲੈ ਕੇ 3 ਸਾਲ ਤੱਕ ਦੀ ਸਟੇਜ ਹੁੰਦੀ ਹੈ, ਠੀਕ ਹੈ। ਜਦੋਂ ਆਪਾਂ 1.5 ਤੋਂ 3 ਦੇ ਵਿਚਕਾਰ ਹੁੰਦੇ ਹਾਂ ਤਾਂ ਉਦੋਂ ਆਪਣੀ ਐਨਾਲ ਸਟੇਜ ਹੁੰਦੀ ਹੈ, ਜਿੱਥੇ ਆਪਾਂ ਨੂੰ ਵਾਸ਼ਰੂਮ, ਟੋਇਲਟ, ਇਹ ਚੀਜ਼ ਦੀ ਆਪਾਂ ਨੂੰ ਨੌਲੇਜ ਆਉਂਦੀ ਹੈ, ਆਪਾਂ ਟ੍ਰੇਨਿੰਗ ਲੈਂਦੇ ਹਾਂ, ਠੀਕ ਹੈ ਜੀ। ਇਹ ਤੁਸੀਂ ਯਾਦ ਰੱਖਣਾ, ਪੁੱਛਿਆ ਜਾਊਗਾ ਤੁਹਾਨੂੰ। ਤਾਂ ਦਿਸ ਸਟੇਜ ਇਜ਼ ਰਿਲੇਟਡ ਟੂ ਅਰਲੀ ਚਾਈਲਡਹੁੱਡ, ਇਹ ਵੀ ਤੁਹਾਨੂੰ ਪੁੱਛਿਆ ਜਾਊ ਨਾਲ ਨਾਲ। ਜਿਹੜੀ ਆਪਣੀ ਪਹਿਲਾਂ ਵਾਲੀ ਸਟੇਜ ਆਪਾਂ ਔਰਲ ਪੜ੍ਹ ਕੇ ਆਏ, ਉਹ ਆਪਣੀ ਇਨਫੈਂਸੀ ਦੇ ਨਾਲ ਰਿਲੇਟਡ ਸੀ। ਅਤੇ 3 ਸਾਲ ਤੱਕ ਆਪਾਂ ਆਪਣੀ ਜਿਹੜੀ ਸਟੇਜ ਆ ਜਾਂਦੀ ਹੈ ਉਹ ਅਰਲੀ ਚਾਈਲਡਹੁੱਡ ਆ ਜਾਂਦੀ। ਤਾਂ ਅਰਲੀ ਚਾਈਲਡਹੁੱਡ ਦੇ ਵਿੱਚ ਆਪਾਂ ਨੂੰ ਜਿਹੜੀ ਇਹ ਟ੍ਰੇਨਿੰਗ ਹੁੰਦੀ ਹੈ, ਠੀਕ ਹੈ ਜੀ, ਇਹ ਆਪਣੀ ਐਨਾਲ ਸਟੇਜ ਹੈ। ਇਹ ਯਾਦ ਰੱਖਿਓ, ਇਹ ਪੁਆਇੰਟ ਤੁਹਾਨੂੰ ਪੁੱਛੇ ਜਾਣਗੇ, ਬਹੁਤ ਇੰਪੋਰਟੈਂਟ ਨੇ। ਅਗਲੀ ਜਿਹੜੀ ਆਪਣੀ ਸਟੇਜ ਹੈ ਇਹ ਆਪਣੀ ਫੈਲਿਕ ਸਟੇਜ, ਠੀਕ ਹੈ ਜੀ। ਫੈਲਿਕ ਸਟੇਜ ਨੂੰ ਤੁਸੀਂ ਸਮਝਣ ਦੇ ਲਈ ਇਹ ਤੁਸੀਂ ਪੰਜਾਬੀ ਇਹਦੀ ਕੀ ਬਣਾ ਸਕਦੇ ਹੋ? ਇਹ ਆਪਣਾ ਅਗਲਾ ਪੁਆਇੰਟ ਹੈ, ਇਹਦੀ ਤੁਸੀਂ ਪੰਜਾਬੀ ਬਣਾ ਸਕਦੇ ਹੋ। ਦਿਸ ਸਟੇਜ ਇਜ਼ ਰਿਲੇਟਡ ਟੂ ਜੈਂਡਰ ਨੋਇੰਗ ਐਂਡ ਜੈਂਡਰ ਇਫੈਕਟ, ਠੀਕ ਹੈ ਜੀ। ਤਾਂ ਇਹ ਜਿਹੜੀ ਸਟੇਜ ਹੈ ਇੱਥੇ ਆਪਾਂ ਨੂੰ ਜੈਂਡਰ ਮਤਲਬ ਮੁੰਡੇ ਕੁੜੀ ਦੀ ਸਮਝ ਆ ਜਾਂਦੀ ਹੈ ਕਿ ਮੈਂ ਮੁੰਡਾ, ਉਹ ਕੁੜੀ ਹੈ, ਠੀਕ ਹੈ ਜੀ, ਕਿ ਕੁੜੀ ਨੇ ਉਹ ਕੰਮ ਕਰਨੇ, ਮੁੰਡੇ ਨੇ ਉਹ ਕੰਮ ਕਰਨੇ, ਜਿਵੇਂ ਆਪਣੇ ਸਮਾਜ ਦੇ ਵਿੱਚ ਇਹ ਚੀਜ਼ਾਂ ਚੱਲਦੀਆਂ ਨੇ। ਤਾਂ ਇਹ ਸਟੇਜ, ਇਹ ਮਤਲਬ ਕਿਹੜੀ ਸਟੇਜ ਦੇ ਵਿੱਚ ਆ ਕੇ ਆਉਂਦਾ? ਇਹ ਫੈਲਿਕ ਸਟੇਜ ਦੇ ਵਿੱਚ। ਇਹਦੀ ਤੁਸੀਂ ਪੰਜਾਬੀ ਇਹਦਾ ਤੁਸੀਂ ਲੱਭ ਲੈਣਾ ਮੀਨਿੰਗ, ਕਿ ਪੰਜਾਬੀ ਇਹਦੀ ਕੀ ਬਣਦੀ ਹੈ, ਠੀਕ ਹੈ ਜੀ। ਫੈਲਿਕ ਸਟੇਜ ਵੈਸੇ ਤੁਸੀਂ ਯਾਦ ਰੱਖ ਲਓ, ਬਟ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਫੈਲਿਕ ਸਟੇਜ ਦੇ ਵਿੱਚ ਹੁੰਦਾ ਕੀ ਹੈ। ਇਹਦੇ ਵਿੱਚ ਆਪਾਂ ਨੂੰ ਜੈਂਡਰ ਨੋਇੰਗ, ਆਪਾਂ ਨੂੰ ਜੈਂਡਰ ਦੀ ਸਮਝ ਆ ਜਾਂਦੀ ਹੈ ਕਿ ਉਹ ਮੁੰਡਾ ਹੈ, ਉਹ ਕੁੜੀ ਹੈ, ਠੀਕ ਹੈ ਜੀ। ਅਤੇ ਜੈਂਡਰ ਇਫੈਕਟ, ਆਪਣੇ 'ਤੇ ਪ੍ਰਭਾਵ ਪੈਣਾ ਵੀ ਸਟਾਰਟ ਹੋ ਜਾਂਦਾ ਇੱਥੇ,
ठीक है जी। ये तुसीं याद रखना है, बहुत इंपॉर्टेंट है। जिमें कि फादर अटैचड विद डॉटर, ठीक है जी। जिमें कि अपनी जिमें एक गुड़िया ਹੁੰਦੀ ਹੈ, ਲੜਕੀ ਹੁੰਦੀ ਹੈ, ਇਹਦੀ ਅਟੈਚਮੈਂਟ ਓਬਵੀਅਸ ਗੱਲ ਹੈ ਕਿ ਆਪਾਂ ਦੇਖਦੇ ਹਾਂ ਕਿ ਜ਼ਿਆਦਾਤਰ ਕਿਹਦੇ ਨਾਲ ਹੁੰਦੀ ਹੈ, ਫਾਦਰ ਦੇ ਨਾਲ ਹੁੰਦੀ ਹੈ। ਅਤੇ ਮਦਰ ਦੀ ਜਿਹੜੀ ਅਟੈਚਮੈਂਟ ਹੁੰਦੀ ਹੈ ਉਹ ਸਨ ਦੇ ਨਾਲ ਹੁੰਦੀ ਹੈ। ਤਾਂ ਇਹ ਓਪੋਜ਼ਿਟ ਜਿਹੜੇ ਜੈਂਡਰ ਹੁੰਦੇ ਨੇ ਉਹਨਾਂ ਦੇ ਪ੍ਰਤੀ ਮਤਲਬ ਆਪਣੀ ਅਟੈਚਮੈਂਟ ਹੋਣ ਲੱਗ ਜਾਂਦੀ ਹੈ, ਠੀਕ ਹੈ ਜੀ। ਇਹ ਕਿੱਥੇ ਹੁੰਦੀ ਹੈ, ਫੈਲਿਕ ਸਟੇਜ ਦੇ ਵਿੱਚ। ਇਸ ਤੋਂ ਬਾਅਦ ਅਟਰੈਕਟ ਆਪੋਜ਼ਿਟ ਜੈਂਡਰ, ਆਪਾਂ ਜਿਹੜਾ ਆਪੋਜ਼ਿਟ ਜੈਂਡਰ ਹੁੰਦਾ ਉਹਦੇ ਵੱਲ ਆਪਾਂ ਅਟਰੈਕਟ ਹੋਣੇ ਸਟਾਰਟ ਹੋ ਜਾਂਦੇ ਹਾਂ। ਤਾਂ ਜਿਹੜੀ ਇੱਥੇ ਆਪਣੀ ਨਾਲ ਨਾਲ ਕੀ ਚੱਲ ਰਹੀ ਹੈ, ਮੈਂ ਤੁਹਾਨੂੰ ਪਹਿਲਾਂ ਵੀ ਸਮਝਾ ਕੇ ਆਇਆ ਕੀ ਚੱਲ ਰਿਹਾ, ਲਿਬਿਡੋ। ਇਹ ਆਪਣੀ ਸੈਕਸ਼ੂਅਲ ਡਿਜ਼ਾਇਰ ਹੈ ਜਿਹੜੀ ਕਿ ਆਪਣੀ ਜਨਮ ਤੋਂ ਲੈ ਕੇ ਮੌਤ ਤੱਕ ਚੱਲਦੀ ਹੈ, ਜਿਹਦੇ ਕਰਕੇ ਆਪਾਂ ਲਾਈਫ ਨੂੰ ਜਿਉਂਦੇ ਹਾਂ। ਇਹ ਆਪਾਂ ਨੂੰ ਮੋਟੀਵੇਸ਼ਨ ਮਿਲਦਾ, ਆਪਾਂ ਨੂੰ ਹੋਪ ਮਿਲਦੀ ਹੈ, ਠੀਕ ਹੈ ਜੀ। ਤਾਂ ਜਿਹੜੀ ਲਿਬਿਡੋ ਹੈ ਇਹ ਮਤਲਬ ਵੱਧਦੀ ਜਾਂਦੀ ਹੈ, ਦਿਨ ਪ੍ਰਤੀ ਦਿਨ ਇਹ ਵੱਧਦੀ ਜਾਂਦੀ ਹੈ। ਤਾਂ ਇੱਥੇ ਆ ਕੇ ਇਹ ਵਧਣ ਲੱਗ ਜਾਂਦੀ ਹੈ। ਜਿਵੇਂ ਕਿ ਇੱਥੇ ਲਿਬਿਡੋ ਕੰਮ ਕਰ ਰਹੀ ਹੈ, ਜਿਵੇਂ ਅਟਰੈਕਟ ਆਪੋਜ਼ਿਟ ਜੈਂਡਰ, ਜਿਵੇਂ ਆਪਾਂ ਜਿਹੜਾ ਮੁੰਡਾ ਹੈ ਉਹ ਕੁੜੀ ਵੱਲ ਅਟਰੈਕਟ ਹੋਣਾ ਸਟਾਰਟ ਹੋ ਜਾਂਦਾ ਹੈ। ਇੱਥੇ ਆਪਾਂ ਇਵੇਂ ਵੀ ਸਮਝ ਸਕਦੇ ਹਾਂ ਕਿ ਜਿਵੇਂ ਅਟਰੈਕਟ ਆਪੋਜ਼ਿਟ ਜੈਂਡਰ, ਜਿਵੇਂ ਕਿ ਮਦਰ ਹੈ ਉਹ ਸਨ ਦੇ ਨਾਲ ਜ਼ਿਆਦਾਤਰ ਅਟੈਚਮੈਂਟ ਹੈ, ਅਤੇ ਜਿਹੜੀ ਡਾਟਰ ਹੈ ਉਹਦੀ ਅਟੈਚਮੈਂਟ ਹੈ ਫਾਦਰ ਦੇ ਨਾਲ, ਠੀਕ ਹੈ ਜੀ। ਤਾਂ ਇੱਥੇ ਆਪਾਂ ਇਸ ਤਰੀਕੇ ਨਾਲ ਵੀ ਸਮਝ ਸਕਦੇ ਹਾਂ। ਅਤੇ ਆਪਾਂ ਅਟਰੈਕਟ ਹੋ ਰਹੇ ਹਾਂ, ਆਪਣੀ ਅਟੈਚਮੈਂਟ ਹੋ ਰਹੀ ਹੈ ਆਪੋਜ਼ਿਟ ਜੈਂਡਰ ਦੇ ਨਾਲ, ਠੀਕ ਹੈ ਜੀ। ਐਂਡ ਕੰਪੀਟੀਸ਼ਨ ਵਿਦ ਸੇਮ ਜੈਂਡਰ, ਜਿਹੜਾ ਸੇਮ ਜੈਂਡਰ ਹੁੰਦਾ ਉਹਦੇ ਨਾਲ ਆਪਣਾ ਕੰਪੀਟੀਸ਼ਨ ਹੋਣਾ ਸਟਾਰਟ ਹੋ ਜਾਂਦਾ। ਇਹ ਕਾਹਦੇ ਕਰਕੇ ਹੋ ਜਾਂਦਾ, ਇਹ ਆਪਣੀ ਈਗੋ ਦੇ ਕਰਕੇ, ਠੀਕ ਹੈ ਜੀ। ਤਾਂ ਈਗੋ ਜਿਹੜੀ ਆਪਣੇ 'ਚ ਜੈਲਸ ਆਉਂਦੀ ਹੈ, ਈਗੋ, ਠੀਕ ਹੈ। ਇਹ ਸਾਰੀਆਂ ਚੀਜ਼ਾਂ ਆਪਣੀਆਂ ਮੈਂਟਲ ਟਰਮਸ ਨੇ। ਤਾਂ ਈਗੋ ਆਪਣੀ 1.5 ਸਾਲ ਤੋਂ ਡਿਵੈਲਪਮੈਂਟ ਹੋ ਕੇ ਇੱਥੇ ਆਪਣੀ ਉਹ ਬਹੁਤ ਵੱਧ ਜਾਂਦੀ ਹੈ 3 ਸਾਲ ਤੱਕ, ਠੀਕ ਹੈ ਜੀ। ਤਾਂ ਇੱਥੇ ਆਪਣੀ ਈਗੋ ਆ ਜਾਂਦੀ ਹੈ। ਜਿਹੜੀ ਲਿਬਿਡੋ ਹੈ ਉਹ ਆਪਣੀ ਨਾਲ ਚੱਲ ਹੀ ਰਹੀ ਹੈ, ਠੀਕ ਹੈ ਜੀ। ਤਾਂ ਉਹ ਜਿਵੇਂ ਆਪਾਂ ਆਪੋਜ਼ਿਟ ਜੈਂਡਰ ਦੇ ਪ੍ਰਤੀ ਆਪਾਂ ਅਟਰੈਕਟ ਹੁੰਦੇ ਹਾਂ ਤਾਂ ਉਹ ਲਿਬਿਡੋ ਕਰਕੇ ਹੁੰਦੇ ਹਾਂ। ਇਹ ਵੀ ਤੁਸੀਂ ਨਾਲ ਯਾਦ ਰੱਖੋ, ਇਹ ਵੀ ਮਾਈਂਡ ਦੇ ਵਿੱਚ ਰੱਖੋ। ਜਿਵੇਂ ਕਿ ਸਨ ਕੰਪੀਟ ਵਿਦ ਫਾਦਰ, ਤਾਂ ਸਨ ਹੈ ਜਿਹੜਾ ਉਹ ਕੰਪੀਟ ਕਰਨ ਲੱਗ ਜਾਂਦਾ, ਮੁਕਾਬਲਾ ਕਰਨ ਲੱਗ ਜਾਂਦਾ ਆਪਣੇ ਪਿਤਾ ਦਾ, ਠੀਕ ਹੈ ਜੀ। ਇਹ ਤੁਸੀਂ ਯਾਦ ਰੱਖਣਾ। ਤਾਂ ਇਹਦੀ ਜਿਹੜੀ ਏਜ ਹੈ ਉਹ ਕਿਹੜੀ ਹੈ, 3 ਤੋਂ ਲੈ ਕੇ 6 ਸਾਲ। ਇਹ ਵੀ ਆਪਣੀ ਅਰਲੀ ਚਾਈਲਡਹੁੱਡ ਦੇ ਵਿੱਚ ਹੀ ਆ ਜਾਂਦੀ ਹੈ, ਠੀਕ ਹੈ ਜੀ। ਇਹ ਤੁਸੀਂ ਦੋਨੋਂ ਯਾਦ ਰੱਖਣੀ, ਐਨਾਲ ਸਟੇਜ ਅਤੇ ਆਪਣੀ ਫੈਲਿਕ ਸਟੇਜ। ਇਹ ਵੀ ਆਪਣੀ 3 ਤੋਂ ਲੈ ਕੇ 6 ਸਾਲ ਤੱਕ ਆ ਜਾਂਦੇ। ਬਟ ਜਿਹੜੀ 6 ਸਾਲ ਜਦੋਂ ਆਪਾਂ 3 ਤੋਂ ਲੰਘ ਜਾਂਦੇ ਹਾਂ, ਕਿਉਂਕਿ 1.5 ਸਾਲ 'ਚ ਆਪਣੀ ਈਗੋ ਆਉਂਦੀ ਹੈ, ਅਤੇ 3 ਤੋਂ ਜਦੋਂ ਆਪਾਂ ਲੰਘ ਜਾਂਦੇ ਤਾਂ ਆਪਣੇ 'ਚ ਸੁਪਰ ਈਗੋ ਆ ਜਾਂਦੀ ਹੈ, ਠੀਕ ਹੈ ਜੀ। ਸੁਪਰ ਈਗੋ ਦਾ ਕੀ ਮਤਲਬ ਹੈ, ਇੱਥੇ ਆਪਾਂ ਜੱਜਮੈਂਟਲ ਹੋ ਜਾਂਦੇ ਹਾਂ, ਆਪਾਂ ਨੂੰ ਸਹੀ ਗਲਤ ਦਾ ਪਤਾ ਚੱਲਣ ਲੱਗ ਜਾਂਦਾ ਕਿ ਆਪਣੇ ਲਈ ਕਿਹੜੀ ਚੀਜ਼ ਸਹੀ ਹੈ, ਕਿਹੜੀ ਚੀਜ਼ ਆਪਣੇ ਲਈ ਗਲਤ ਹੈ। ਸੁਪਰ ਈਗੋ ਹੈ ਜਿਹੜੀ ਇਹ ਆਪਾਂ ਨੂੰ ਸਮਝਦਾਰ ਦੇ ਵੱਲ ਵੀ ਲੈ ਕੇ ਜਾਂਦੀ ਹੈ, ਸਮਝਦਾਰੀ ਦਾ ਇਸ਼ਾਰਾ ਕਰਦੀ ਹੈ। ਇਹ ਤੁਸੀਂ ਯਾਦ ਰੱਖਣਾ, ਬਹੁਤ ਇੰਪੋਰਟੈਂਟ ਹੈ। ਅਗਲੀ ਜਿਹੜੀ ਆਪਣੀ ਏਜ ਹੈ, ਸਟੇਜ ਹੈ ਜਿਹੜੀ ਲੇਟੈਂਸੀ ਨੂੰ ਆਪਾਂ ਸੁਪਤ ਅਵਸਥਾ ਵੀ ਕਹਿ ਦਿੰਦੇ ਹਾਂ, ਠੀਕ ਹੈ ਜੀ। ਸੁਪਤ ਅਵਸਥਾ ਮਤਲਬ ਇੱਥੇ ਆਪਾਂ ਆਪਣੇ ਕੰਮ ਦੇ ਵਿੱਚ ਪੈ ਜਾਂਦੇ ਹਾਂ। ਸੁਪਤ ਅਵਸਥਾ ਦਾ ਕੀ ਮਤਲਬ ਹੈ, ਸੁਪਤ ਅਵਸਥਾ ਕਹਿ ਸਕਦੇ ਹੋ ਤੁਸੀਂ, ਛੁਪੀ ਹੋਈ ਵੀ ਕਹਿ ਸਕਦੇ ਹੋ, ਛੁਪੀ ਹੋਈ ਅਵਸਥਾ ਲੇਟੈਂਸੀ ਨੂੰ, ਠੀਕ ਹੈ ਜੀ। ਤਾਂ ਦਿਸ ਸਟੇਜ ਇਜ਼ ਰਿਲੇਟਡ ਟੂ ਇੰਟਲੈਕਚੁਅਲ ਸਕਿੱਲ, ਸਕੂਲ ਵਰਕ। ਇੱਥੇ ਆਪਣਾ ਜਿਹੜਾ ਲਿਬਿਡੋ ਹੈ ਅਤੇ ਈਗੋ ਹੈ ਇਹ ਥੋੜ੍ਹਾ ਬਹੁਤ ਮਤਲਬ ਇੱਥੇ ਆ ਕੇ ਦਬ ਜਾਂਦੇ ਆ, ਮਤਲਬ ਇੱਥੇ ਆਪਣਾ ਧਿਆਨ ਇਹਦੇ ਵੱਲ ਘੱਟ ਜਾਂਦਾ, ਈਗੋ ਅਤੇ ਲਿਬਿਡੋ ਵੱਲ, ਠੀਕ ਹੈ ਜੀ। ਈਗੋ ਵੱਲ ਬੇਸ਼ੱਕ ਹੁੰਦਾ, ਬਟ ਲਿਬਿਡੋ ਵੱਲ ਤਾਂ ਆਪਣਾ ਧਿਆਨ ਬਿਲਕੁਲ ਥੋੜ੍ਹਾ ਜਿਹਾ ਮਤਲਬ ਘੱਟ ਨਹੀਂ ਜਾਂਦਾ, ਘੱਟ ਨਹੀਂ ਇਹਨੂੰ ਆਪਾਂ ਕਹਿ ਸਕਦੇ। ਲਿਬਿਡੋ ਵੱਲ ਮਤਲਬ ਘੱਟ ਜਾਂਦਾ ਧਿਆਨ, ਠੀਕ ਹੈ ਜੀ। ਉਹ ਕਿਵੇਂ ਘੱਟ ਜਾਂਦਾ ਉਹ ਮੈਂ ਤੁਹਾਨੂੰ ਅੱਗੇ ਦੱਸਦਾ। ਤਾਂ ਦਿਸ ਇਜ਼ ਅ ਸਕੂਲ ਏਜ, ਇਹਨੂੰ ਆਪਾਂ ਲੇਟਰ ਚਾਈਲਡਹੁੱਡ ਦੇ ਨਾਲ ਜੋੜਦੇ ਹਾਂ। ਜਦੋਂ ਆਪਾਂ ਸਕੂਲ ਦੇ ਵਿੱਚ ਜਾਂਦੇ ਹਾਂ ਤਾਂ ਇੱਥੇ ਆਪਣੀਆਂ ਸਕਿੱਲਸ ਦੇ ਵੱਲ ਆਪਣਾ ਧਿਆਨ ਵੱਧ ਜਾਂਦਾ। ਜੇ ਆਪਾਂ ਨੂੰ ਸਕੂਲ ਦਾ ਕੰਮ ਹੀ ਇੰਨਾ ਜ਼ਿਆਦਾ ਹੋ ਜਾਂਦਾ ਕਿ ਆਪਾਂ ਕੰਮ ਦੇ ਵਿੱਚ ਹੀ ਉਲਝੇ ਰਹਿੰਦੇ ਹਾਂ, ਠੀਕ ਹੈ ਜੀ। ਸਕਿੱਲਸ ਅਤੇ ਸਕੂਲ ਵਰਕ, ਤਾਂ ਕਰਕੇ ਇਹਨੂੰ ਆਪਾਂ ਛੁਪੀ ਹੋਈ ਅਵਸਥਾ ਤਾਂ ਕਰਕੇ ਕਹਿੰਦੇ ਹਾਂ, ਲੇਟੈਂਸੀ ਏਜ ਇਹਨੂੰ ਤਾਂ ਕਹਿੰਦੇ ਹਾਂ। ਇੱਥੇ ਥੋੜ੍ਹਾ ਆ ਕੇ ਥੋੜ੍ਹਾ ਜਿਹਾ ਮਤਲਬ ਇਹ ਚੀਜ਼ ਦਬ ਜਾਂਦੀ ਹੈ। ਤਾਂ ਦਿਸ ਇਜ਼ ਅ ਸਕੂਲ ਏਜ, ਲੇਟਰ ਚਾਈਲਡਹੁੱਡ, ਠੀਕ ਹੈ ਜੀ। ਏਜ ਇਹਦੀ ਕਿੰਨੀ ਹੈ, 6 ਤੋਂ ਲੈ ਕੇ 11 ਸਾਲ ਤੱਕ, ਠੀਕ ਹੈ ਜੀ। 6 ਤੋਂ ਲੈ ਕੇ 11 ਸਾਲ ਤੱਕ। ਇਹ ਨਾਲ ਏਜ ਵੀ ਯਾਦ ਰੱਖਣੀ ਹੈ, ਇੱਥੋਂ ਕੁਐਸਚਨ ਬਹੁਤ ਬਣਦੇ ਕਿ ਜੇ ਤੁਹਾਨੂੰ ਪੁੱਛਣਗੇ ਕਿ ਲੇਟੈਂਸੀ ਨੂੰ ਆਪਾਂ ਜੇ ਮੈਚ ਕਰੋਗੇ ਤਾਂ ਕਿਹੜੀ ਏਜ ਦੇ ਨਾਲ ਕਰੋਗੇ, ਤਾਂ ਲੇਟਰ ਚਾਈਲਡਹੁੱਡ। ਤਾਂ ਬਹੁਤ ਇੰਪੋਰਟੈਂਟ ਹੈ। ਨੋ ਅਟੈਂਸ਼ਨ ਵਿਦ ਸੈਕਸ਼ੂਅਲ ਥਾਊਟਸ, ਤਾਂ ਇੱਥੇ ਸੈਕਸ਼ੂਅਲ ਥਾਊਟਸ ਨੇ ਜਿਹੜੇ ਆਪਣੇ ਉਹ ਥੋੜ੍ਹੇ ਦਬ ਜਾਂਦੇ ਆ, ਆਪਣਾ ਕੋਈ ਧਿਆਨ ਨਹੀਂ ਜਾਂਦਾ ਸੈਕਸ਼ੂਅਲ ਥਾਊਟਸ ਦੇ ਵੱਲ, ਠੀਕ ਹੈ ਜੀ। ਤਾਂ ਕਿਉਂਕਿ ਆਪਣੇ ਕੋਲ ਆਪਣਾ ਵਰਕਲੋਡ ਵੱਧ ਜਾਂਦਾ ਸਕੂਲ ਦਾ, ਅਤੇ ਆਪਣੇ ਸਕਿੱਲਸ ਦੇ ਵੱਲ ਆਪਣਾ ਧਿਆਨ ਹੋ ਜਾਂਦਾ। ਇਹ ਤੁਸੀਂ ਯਾਦ ਰੱਖਣਾ, ਬਹੁਤ ਇੰਪੋਰਟੈਂਟ ਹੈ। ਅਤੇ ਲਾਸਟ ਜਿਹੜੀ ਆਪਣੀ ਸਟੇਜ ਹੈ ਉਹ ਆਪਣੀ ਜੈਨੀਟਲ ਸਟੇਜ, ਜਿੱਥੇ ਆਪਣੇ ਜਨਨ ਅੰਗਾਂ ਬਾਰੇ ਆਪਾਂ ਨੂੰ ਪ੍ਰੋਪਰ ਜਾਣਕਾਰੀ ਹੋ ਜਾਂਦੀ ਹੈ, ਠੀਕ ਹੈ ਜੀ। ਤਾਂ ਜਨਨ ਅੰਗ ਤੁਸੀਂ ਆਪਾਂ ਨੂੰ ਪਤਾ ਹੀ ਹੈ, ਠੀਕ ਹੈ ਜੀ। ਤਾਂ ਇਹਨਾਂ ਬਾਰੇ ਜਿਹੜਾ ਆਪਣਾ ਧਿਆਨ ਇੱਧਰ ਵੱਧ ਜਾਂਦਾ ਜੈਨੀਟਲ ਸਟੇਜ ਦੇ ਵਿੱਚ, ਠੀਕ ਹੈ ਜੀ। ਤਾਂ ਇੱਥੇ ਮਤਲਬ ਇਹ ਟੌਪਿਕ ਨੂੰ ਡਿਸਕਸ ਕਰਨ ਦੇ ਲਈ ਆਪਾਂ ਨੂੰ ਇਹ ਚੀਜ਼ ਬਾਰੇ ਵੀ ਜਾਣਨਾ ਜ਼ਰੂਰੀ ਹੈ, ਠੀਕ ਹੈ ਜੀ। ਤਾਂ ਜਨਨ ਅੰਗਾਂ ਬਾਰੇ ਆਪਣੀ ਨੌਲੇਜ ਇੱਥੇ ਆਉਂਦੀ ਹੈ, ਆਪਾਂ ਨੂੰ ਪ੍ਰੋਪਰ ਆਪਣਾ ਧਿਆਨ ਜਿਹੜਾ ਜਾਂਦਾ
ਆਪਾਂ ਪ੍ਰੋਪਰ ਆਪਣੀ ਅਟਰੈਕਸ਼ਨ ਜਿਹੜੀ ਵੱਧ ਜਾਂਦੀ ਹੈ ਅਤੇ ਜਿਹੜੀ ਲਿਬਿਡੋ ਹੈ ਉਹ ਆਪਣੀ ਇੱਥੇ ਬਹੁਤ ਪੀਕ 'ਤੇ ਹੁੰਦੀ ਹੈ। ਠੀਕ ਹੈ ਜੀ, ਲਿਬਿਡੋ ਮਤਲਬ ਇੱਥੇ ਟੌਪ 'ਤੇ ਹੁੰਦੀ ਹੈ, ਲਿਬਿਡੋ ਹੁੰਦੀ ਹੈ ਜਿਹੜੀ, ਇਹ ਤੁਸੀਂ ਯਾਦ ਰੱਖਣਾ। ਜਿਹੜੀ ਆਪਣੀ ਸੈਕਸ਼ੁਅਲ ਡਿਜ਼ਾਇਰ ਹੁੰਦੀ ਹੈ ਇੱਥੇ ਬਹੁਤ ਜ਼ਿਆਦਾ ਵੱਧ ਜਾਂਦੀ ਹੈ ਲਿਬਿਡੋ। ਠੀਕ ਹੈ ਜੀ, ਇਹ ਤੁਸੀਂ ਯਾਦ ਰੱਖਣਾ, ਬਹੁਤ ਇੰਪੋਰਟੈਂਟ ਹੈ। ਤਾਂ ਨਾਲ ਨਾਲ ਆਪਣੀ ਸੁਪਰ ਈਗੋ ਵੀ ਇੱਥੇ ਕੰਮ ਕਰਦੀ ਹੈ, ਕਿਉਂਕਿ ਆਪਾਂ ਜਜਮੈਂਟਲ ਵੀ ਹੁੰਦੇ ਹਾਂ, ਆਪਾਂ ਨੂੰ ਸਮਝਦਾਰ ਵੀ ਹੁੰਦੇ ਹਾਂ। ਤਾਂ ਬਟ ਇਹ ਜਿਹੜੀ ਏਜ ਹੈ ਇੱਥੇ ਆਪਣੀ ਲਿਬਿਡੋ ਜ਼ਿਆਦਾ ਕੰਮ ਕਰਦੀ ਹੈ। ਤਾਂ ਦਿਸ ਸਟੇਜ ਇਜ਼ ਰਿਲੇਟਡ ਟੂ ਸਟਰੋਂਗ ਅਟਰੈਕਸ਼ਨ ਅਮੰਗ ਬੋਆਇਜ਼ ਐਂਡ ਗਰਲਜ਼। ਠੀਕ ਹੈ ਜੀ, ਇੱਥੇ ਬੋਆਇਜ਼ ਅਤੇ ਗਰਲਜ਼ ਦਾ ਬਹੁਤ ਜ਼ਿਆਦਾ ਅਟਰੈਕਸ਼ਨ ਹੋ ਜਾਂਦਾ ਹੈ। ਠੀਕ ਹੈ ਜੀ, ਜੈਨੀਟਲ ਸਟੇਜ ਦੇ ਵਿੱਚ, ਕਿਉਂਕਿ ਇੱਥੇ ਆਪਣੀ ਸਮਝਦਾਰੀ ਵੀ ਵੱਧ ਜਾਂਦੀ ਹੈ। ਆਪਾਂ ਨੂੰ ਪਤਾ ਵੀ ਹੁੰਦਾ ਸਾਰੇ ਮਤਲਬ ਹਰ ਇੱਕ ਚੀਜ਼ ਦਾ, ਤਾਂ ਹਰ ਇੱਕ ਚੀਜ਼ ਦੀ ਆਪਾਂ ਨੂੰ ਨੌਲੇਜ ਹੁੰਦੀ ਹੈ। ਤਾਂ ਲਿਬਿਡੋ ਬਾਰੇ ਵੀ ਆਪਾਂ ਨੂੰ ਜਾਣਕਾਰੀ ਹੁੰਦੀ ਹੈ। ਤਾਂ ਦਿਸ ਸਟੇਜ ਇਜ਼ ਰਿਲੇਟਡ ਟੂ ਅਡੋਲੇਸੈਂਸ, ਜਿਹਨੂੰ ਆਪਾਂ ਤਣਾਅ ਅਤੇ ਤੂਫਾਨ ਦੀ ਉਮਰ ਵੀ ਕਹਿੰਦੇ ਹਾਂ। ਠੀਕ ਹੈ ਜੀ, ਤਾਂ ਅਡੋਲੇਸੈਂਸ ਜਿਹੜੀ ਆਪਣੀ 11 ਤੋਂ ਲੈ ਕੇ, ਵੈਸੇ ਇਹ ਔਨਵਰਡ ਲਿਖਿਆ ਹੋਇਆ ਇੱਥੇ ਮੈਂ, ਔਨਵਰਡ ਮਤਲਬ ਲਾਈਫ ਲੌਂਗ ਪ੍ਰੋਸੈਸ ਹੀ ਚੱਲਦਾ, ਕਿਉਂਕਿ ਲਿਬਿਡੋ ਦਾ ਤਾਂ ਇਸ ਤੋਂ ਬਾਅਦ। ਠੀਕ ਹੈ ਜੀ, ਤਾਂ ਵੈਸੇ ਇਹ 18 ਸਾਲ ਦੀ ਏਜ ਆਪਣੀ ਜਿਹੜੀ ਹੁੰਦੀ ਹੈ, 17-18 ਸਾਲ ਦੀ ਏਜ ਹੁੰਦੀ ਹੈ ਅਡੋਲੇਸੈਂਸ। ਠੀਕ ਹੈ ਜੀ, ਤਾਂ 11 ਸਾਲ ਤੋਂ ਔਨਵਰਡ ਚੱਲਦੀ ਹੈ। ਤਾਂ ਦਿਸ ਇਜ਼ ਅ ਲਾਈਫ ਲੌਂਗ ਪ੍ਰੋਸੈਸ, ਤਾਂ ਇਹ ਲਾਈਫ ਲੌਂਗ ਪ੍ਰੋਸੈਸ ਹੈ, ਇਹ ਵੀ ਤੁਸੀਂ ਯਾਦ ਰੱਖਣਾ। ਇਹਨੂੰ ਜੈਨੀਟਲ ਸਟੇਜ ਕਿਹਾ ਜਾਂਦਾ, ਜਨਨਾਂਗ ਸਟੇਜ। ਠੀਕ ਹੈ ਜੀ, ਇਹ ਤੁਸੀਂ ਯਾਦ ਰੱਖਣਾ, ਬਹੁਤ ਇੰਪੋਰਟੈਂਟ ਹੈ, ਤੁਹਾਨੂੰ ਪੁੱਛਿਆ ਜਾਊਗਾ। ਤਾਂ ਇਹ ਆਪਣੀਆਂ 5 ਸਟੇਜਸ ਸੀ ਜਿਹਦੇ ਬਾਰੇ ਆਪਾਂ ਡਿਟੇਲ ਦੇ ਵਿੱਚ ਕਵਰ ਕੀਤਾ। ਇਸ ਤੋਂ ਬਾਅਦ ਜਿਹੜੀਆਂ ਟਰਮਸ ਨੇ, ਜਿਵੇਂ ਕਿ ਇੱਦ। ਠੀਕ ਹੈ ਜੀ, ਇੱਦ ਬਾਰੇ ਮੈਂ ਤੁਹਾਨੂੰ ਪਹਿਲਾਂ ਦੱਸ ਕੇ ਆਇਆ। ਤਾਂ ਇਹ ਆਪਣੀ ਅਨਕੌਂਸ਼ੀਅਸ ਪਾਰਟ ਆਫ ਪਰਸਨੈਲਿਟੀ ਹੁੰਦੀ ਹੈ। ਤਾਂ ਜਿਹੜੀ ਆਪਣੀ ਪਰਸਨੈਲਿਟੀ ਹੁੰਦੀ ਹੈ ਉਹਦਾ ਅਨਕੌਂਸ਼ੀਅਸ ਪਾਰਟ ਹੁੰਦਾ, ਕਿਉਂਕਿ ਆਪਣੇ ਬ੍ਰੇਨ ਦੇ ਵੀ 2 ਪਾਰਟ ਨੇ। ਠੀਕ ਹੈ ਜੀ, ਤਾਂ ਜਿਹੜਾ ਆਪਣਾ ਅਨਕੌਂਸ਼ੀਅਸ ਹੈ, ਜਿਹਦੇ ਵਿੱਚ ਆਪਾਂ ਪਾਸਟ ਬਾਰੇ ਸੋਚਦੇ ਰਹਿੰਦੇ ਹਾਂ। ਠੀਕ ਹੈ ਜੀ, ਤਾਂ ਉਹ ਅਨਕੌਂਸ਼ੀਅਸ ਦੇ ਵਿੱਚ ਹੁੰਦੀਆਂ ਸਾਰੀਆਂ ਚੀਜ਼ਾਂ। ਤਾਂ ਜਿਹੜੀ ਇੱਦ ਹੁੰਦੀ ਹੈ ਇਹ ਆਪਣੇ ਸਟਾਰਟਿੰਗ ਤੋਂ ਹੀ ਹੁੰਦੀ ਹੈ, ਜਨਮ ਤੋਂ ਹੁੰਦੀ ਹੈ। ਇਹ ਮੈਂ ਇੱਥੇ ਵੀ ਨੋਟ ਕੀਤਾ ਹੋਇਆ ਕਿ ਫਰੋਮ ਬਰਥ, ਅਤੇ ਇਹ ਆਪਣੀ ਲਾਈਫ ਲੌਂਗ ਹੀ ਚੱਲਦੀ ਹੈ। ਠੀਕ ਹੈ ਜੀ, ਇੱਦ ਹੁੰਦੀ ਹੈ ਜਿਹੜੀ। ਤਾਂ ਇਸ ਤੋਂ ਬਾਅਦ ਈਗੋ ਹੈ ਜਿਹੜੀ, ਇਹ ਆਪਣੇ 'ਚ ਕਦੋਂ ਆਉਂਦੀ ਹੈ? ਇਹ ਆਪਣੇ 1.5 ਸਾਲ ਦੀ ਏਜ ਦੇ ਵਿੱਚ ਆਪਣੇ 'ਚ ਈਗੋ ਆ ਜਾਂਦੀ ਹੈ। ਅਤੇ ਜਿਹੜੀ ਸੁਪਰ ਈਗੋ ਹੈ ਇਹ ਆਪਣੀ ਜਜਮੈਂਟਲ ਹੈ। ਇਹ ਬੈਲੈਂਸ ਬਿਟਵੀਨ ਇੱਦ ਅਤੇ ਈਗੋ, ਜਿਹੜੀ ਆਪਣੀ ਇੱਦ ਹੈ ਅਤੇ ਈਗੋ ਹੈ, ਇਹਨਾਂ ਦੇ ਵਿੱਚ ਆਪਾਂ ਨੂੰ ਬੈਲੈਂਸ ਬਣਾਉਣਾ ਆ ਜਾਂਦਾ। ਕਿਉਂਕਿ ਈਗੋ ਜੇ ਆਪਣੇ 'ਚ ਸਿਰਫ ਈਗੋ ਹੋ ਤਾਂ ਉਹ ਵੀ ਗਲਤ ਹੈ, ਅਤੇ ਸਿਰਫ ਇੱਦ ਹੋਊ ਉਹ ਵੀ ਗਲਤ ਹੈ। ਤਾਂ ਇਹਨਾਂ ਦੇ ਵਿੱਚ ਆਪਾਂ ਬੈਲੈਂਸ ਕਰ ਲੈਂਦੇ ਹਾਂ, ਕਿੱਥੇ ਆ ਕੇ? ਸੁਪਰ ਈਗੋ ਦੇ ਵਿੱਚ ਆ ਕੇ। ਇਹ ਯਾਦ ਰੱਖਿਓ, ਇਹ ਹੁੰਦੀ ਆਪਣੀ 3 ਤੋਂ ਲੈ ਕੇ 6 ਸਾਲ, ਜਿਹੜੀ ਆਪਣੀ ਫੈਲਿਕ ਏਜ ਹੈ। ਇਹ ਤੁਸੀਂ ਯਾਦ ਰੱਖਿਓ, ਬਹੁਤ ਇੰਪੋਰਟੈਂਟ ਹੈ। ਠੀਕ ਹੈ ਜੀ, ਅਤੇ ਇਹ ਆਪਣਾ ਅੱਜ ਦਾ ਟੌਪਿਕ ਸੀ, ਜਿਹਦੇ ਵਿੱਚ ਆਪਾਂ ਤੁਹਾਡੇ ਮੋਸਟ ਇੰਪੋਰਟੈਂਟ ਜਿਹੜੇ ਪੁਆਇੰਟ ਨੇ ਉਹ ਡਿਸਕਸ ਕੀਤੇ ਨੇ। ਅਤੇ ਸਾਰਾ ਤੁਸੀਂ ਕਾਪੀ ਪੈਨ ਲੈ ਕੇ ਨਾਲ ਨੋਟ ਕਰ ਲਿਓ, ਕਿਉਂਕਿ ਇਹ ਬਹੁਤ ਇੰਪੋਰਟੈਂਟ ਟੌਪਿਕ ਹੈ। ਇੱਥੋਂ 4 ਤੋਂ 5 ਨੰਬਰ ਦੇ ਕੁਐਸਚਨ ਜਿਹੜੇ ਹਰ ਵਾਰ PS ਟੈਟ ਅਤੇ ਸੀ ਟੈਟ ਦੇ ਵਿੱਚ, ਜਾਂ ਹੋਰ ਵੀ ਜਿੰਨੇ ਤੁਹਾਡੇ ਪੇਪਰ ਨੇ ਉਹਨਾਂ ਦੇ ਵਿੱਚ ਪੁੱਛੇ ਜਾਂਦੇ ਨੇ। ਠੀਕ ਹੈ ਜੀ, ਤਾਂ ਜੇਕਰ ਵੀਡੀਓ ਚੰਗੀ ਲੱਗੇ ਇਹਨੂੰ ਲਾਈਕ ਕਰ ਦਿਆ ਕਰੋ, ਸ਼ੇਅਰ ਕਰ ਦਿਆ ਕਰੋ, ਤਾਂ ਕਿ ਕਿਸੇ ਹੋਰ ਦਾ ਵੀ ਫਾਇਦਾ ਹੋ ਸਕੇ। ਤਾਂ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਜ਼ਰੂਰ ਦਿਓ ਕਿ ਵੀਡੀਓ ਤੁਹਾਨੂੰ ਕਿਵੇਂ ਲੱਗੀ। ਠੀਕ ਹੈ ਜੀ, ਤਾਂ ਅੱਜ ਦੀ ਵੀਡੀਓ ਦਾ ਆਪਾਂ ਇੱਥੇ ਹੀ ਐਂਡ ਕਰਦੇ ਹਾਂ। ਅੱਜ ਦੀ ਵੀਡੀਓ ਦੇਖਣ ਦੇ ਲਈ ਬਹੁਤ ਬਹੁਤ ਧੰਨਵਾਦ।